Hello students, myself Dr. Amit Juneja, lecturer economics, Shahid Balwinder Singh, Government Senior Secondary Smart School Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਲੈਕਚਰ ਦੇ ਵਿੱਚ। ਤਾਂ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਗੱਲ ਕਰ ਰਹੇ ਸੀ ਬੈਂਕਿੰਗ ਪ੍ਰਬੰਧ ਦੇ ਵਿੱਚ ਹੋਣ ਵਾਲੇ ਸੁਧਾਰਾਂ ਦੀ ਕਿ ਭਾਰਤ ਦੇ ਵਿੱਚ 1991 ਦੇ ਵਿੱਚ ਜਦੋਂ ਆਪਾਂ ਆਪਣੀ ਨਵੀਂ ਆਰਥਿਕ ਨੀਤੀ ਜਾਂ ਆਰਥਿਕ ਸੁਧਾਰ 1991 ਲੈ ਕੇ ਆਂਦੇ ਤਾਂ ਉਹਦੇ ਨਾਲ ਆਪਾਂ ਆਪਣੇ ਦੇਸ਼ ਦਾ ਜਿਹੜਾ ਬੈਂਕਿੰਗ ਪ੍ਰਬੰਧ ਹੈ ਉਹਦੇ ਵਿੱਚ ਆਪਾਂ ਕਿਹੜੇ-ਕਿਹੜੇ ਸੁਧਾਰ ਕੀਤੇ ਉਹਦੀ ਆਪਾਂ ਗੱਲ ਜਿਹੜੀ ਹੈ ਉਹ ਕਰ ਰਹੇ ਸੀ। ਤਾਂ ਉਹਦੇ ਵਿੱਚ ਆਪਾਂ ਕੁਝ ਸੁਧਾਰ ਜਿਹੜੇ ਨੇ ਉਹ ਦੇਖੇ, ਨਾਲ ਦੇ ਨਾਲ ਆਪਾਂ ਇਹ ਦੇਖਿਆ ਕਿ ਆਪਾਂ ਉਹ ਸਾਰੇ ਸੁਧਾਰ ਜਿਹੜੇ ਨੇ ਉਹ ਕਿਉਂ ਲੈ ਕੇ ਆਂਦੇ ਉਹਨਾਂ ਦੀ ਵੀ ਆਪਾਂ ਗੱਲ ਕੀਤੀ। ਤਾਂ ਜਿਹੜੇ ਸੁਧਾਰਾਂ ਦੀ ਆਪਾਂ ਹੁਣ ਤੱਕ ਗੱਲ ਕਰ ਚੁੱਕੇ ਹਾਂ ਉਹ ਕਿਹੜੇ-ਕਿਹੜੇ ਹੈ। ਪਹਿਲਾ ਕੀ ਕੀਤਾ ਗਿਆ, ਨਕਦ ਨਿਧੀ ਅਨੁਪਾਤ ਨੂੰ ਘਟ ਕੀਤਾ ਗਿਆ। ਨੰਬਰ 2 ਵੈਧਾਨਿਕ ਤਰਲਤਾ ਅਨੁਪਾਤ ਨੂੰ ਘਟ ਕੀਤਾ ਗਿਆ। ਨੰਬਰ 3 ਵਿਆਜ ਦਰਾਂ ਨੂੰ ਘਟ ਕੀਤਾ ਗਿਆ। ਤਾਂ ਇਹ ਤਿੰਨ ਜਿਹੜੇ ਨੇ ਉਹ ਆਰਥਿਕ ਸੁਧਾਰ ਆਪਾਂ ਆਲਰੇਡੀ ਆਪਣੇ ਬੈਂਕਿੰਗ ਪ੍ਰਬੰਧ ਵਿੱਚ ਜਿਹੜੇ ਹੋਏ ਉਹਨਾਂ ਦੀ ਗੱਲ ਕਰ ਚੁੱਕੇ ਹਾਂ। ਜਿਹੜੀ ਆਪਾਂ ਇੱਕ ਹੋਰ ਗੱਲ ਕੀਤੀ ਸੀ ਉਹ ਇਹ ਸੀ ਵੀ ਜਿੰਨੇ ਵੀ ਬੈਂਕਿੰਗ ਪ੍ਰਬੰਧ ਦੇ ਵਿੱਚ ਸੁਧਾਰ ਕੀਤੇ ਗਏ ਉਹ ਸਾਰੇ ਦੇ ਸਾਰੇ ਸੁਧਾਰ ਜਿਹੜੇ ਨੇ ਉਹ ਨਰਸਿਮਹਾ ਕਮੇਟੀ ਰਿਪੋਰਟ 1991 ਤੇ 1998 ਦੇ ਵਿੱਚ ਜਿਹੜੀ ਆਈ ਉਹਦੇ ਮੁਤਾਬਿਕ ਜਿਹੜੇ ਨੇ ਉਹ ਕੀਤੇ ਗਏ। ਤਾਂ ਹੁਣ ਅੱਜ ਆਪਾਂ ਅਗਲਾ ਜਿਹੜਾ ਆਰਥਿਕ ਸੁਧਾਰ ਜਾਂ ਬੈਂਕਿੰਗ ਸੰਬੰਧੀ ਸੁਧਾਰ ਲਿਆਇਆ ਗਿਆ ਉਹਦੀ ਗੱਲ ਕਰਾਂਗੇ। ਉਹ ਪੁਆਇੰਟ ਜਿਹੜਾ ਹੈ ਉਹ ਆਪਣੇ ਪਿਛਲੇ ਪੁਆਇੰਟ ਦੇ ਨਾਲ ਹੀ ਜਿਹੜਾ ਹੈ ਉਹ ਜੁੜਿਆ ਹੋਇਆ ਹੈ। ਪਿਛਲੇ ਪੁਆਇੰਟ ਵਿੱਚ ਆਪਾਂ ਇਹ ਗੱਲ ਕੀਤੀ ਸੀ ਕਿ ਆਪਣੀ ਸਰਕਾਰ ਨੇ ਕੀ ਕੀਤਾ, ਜਿਹੜੇ ਵਿਆਜ ਦਰਾਂ ਸੀ ਉਹਨਾਂ ਨੂੰ ਘਟਾ ਦਿੱਤਾ ਗਿਆ ਤਾਂ ਕਿ ਆਪਣੇ ਦੇਸ਼ ਦੇ ਉਦਯੋਗ ਜਿਹੜੇ ਨੇ ਉਹਨਾਂ ਨੂੰ ਬੈਂਕਾਂ ਤੋਂ ਕਰਜ਼ਾ ਲੈਣਾ ਸਸਤਾ ਹੋ ਜਾਵੇ, ਜਿਸ ਨਾਲ ਇੱਕ ਤਾਂ ਨਿਵੇਸ਼ ਦੀ ਮਾਤਰਾ ਵਧੇ, ਦੂਸਰਾ ਵੀ ਜਿਹੜੀਆਂ ਉਹ ਬਹੁਰਾਸ਼ਟਰੀ ਕੰਪਨੀਆਂ ਨੇ ਜਿਹੜੀਆਂ ਦੂਜੇ ਦੇਸ਼ਾਂ ਦੀਆਂ ਕੰਪਨੀਆਂ ਆਪਣੇ ਦੇਸ਼ ਵਿੱਚ ਕੰਮ ਕਰਦੀਆਂ ਨੇ ਆਪਾਂ ਉਹਨਾਂ ਦਾ ਮੁਕਾਬਲਾ ਜਿਹੜਾ ਹੈ ਉਹ ਕਰ ਸਕੀਏ। ਤੀਸਰੀ ਗੱਲ ਵੀ ਜਿਹੜੀ ਸਰਕਾਰ ਨੂੰ ਬਾਈ ਚਾਂਸ ਕਰਜ਼ੇ ਦੀ ਲੋੜ ਪੈ ਜਾਵੇ ਤਾਂ ਸਰਕਾਰ ਨੂੰ ਵੀ ਕਰਜ਼ੇ ਜਿਹੜੇ ਨੇ ਉਹ ਘੱਟ ਵਿਆਜ ਦਰ ਤੇ ਮਿਲਣ, ਮਤਲਬ ਸਰਕਾਰ ਦੇ ਉੱਪਰ ਵੀ ਕਰਜ਼ੇ ਦਾ ਬੋਝ ਜਿਹੜਾ ਹੈ ਉਹ ਕੀ ਪੈਣਾ ਚਾਹੀਦਾ ਹੈ, ਘੱਟ ਪੈਣਾ ਚਾਹੀਦਾ ਹੈ। ਤਾਂ ਇਹ ਗੱਲਾਂ ਜਿਹੜੀਆਂ ਨੇ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਕੀਤੀਆਂ ਸੀ। ਤਾਂ ਹੁਣ ਉਹ ਕਹਿੰਦੇ ਨੇ ਵੀ ਇੱਕ ਤਾਂ ਕੀ ਕੀਤਾ ਗਿਆ, ਵਿਆਜ ਦਰਾਂ ਨੂੰ ਘੱਟ ਕੀਤਾ ਗਿਆ। ਨੰਬਰ 2 ਵਿਆਜ ਦਰਾਂ ਦਾ ਸੁਤੰਤਰ ਨਿਰਧਾਰਨ ਕਰਨ ਦੀ ਤਾਕਤ ਜਿਹੜੀ ਹੈ ਉਹ ਬੈਂਕਾਂ ਨੂੰ ਦੇ ਦਿੱਤੀ ਗਈ। ਇਹਦਾ ਮਤਲਬ ਜਿਹੜਾ ਹੈ ਉਹ ਆਪਾਂ ਸਮਝਦੇ ਹਾਂ। ਦੇਖੋ ਅਗਰ ਆਪਾਂ 1991 ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ 1991 ਤੋਂ ਪਹਿਲਾਂ ਕੀ ਸੀ ਵੀ ਅਗਰ ਤੁਸੀਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣਾ ਚਾਹੁੰਦੇ ਹੋ, ਠੀਕ ਹੈ, ਤਾਂ 1991 ਤੋਂ ਪਹਿਲਾਂ ਬੜੀ ਤਰ੍ਹਾਂ ਦੇ ਬੈਂਕ ਜਿਹੜੇ ਨੇ ਉਹ ਹੋਇਆ ਕਰਦੇ ਸੀ। ਸਟੇਟ ਬੈਂਕ ਆਫ ਇੰਡੀਆ ਹੁੰਦਾ ਸੀ, ਉਹਦੇ ਅੱਗੇ 7 ਸਹਾਇਕ ਬੈਂਕ ਹੁੰਦੇ ਸੀ। ਇਸ ਤਰ੍ਹਾਂ 20 ਜਿਹੜੇ ਨੇ ਉਹ ਆਪਣੇ ਰਾਸ਼ਟਰੀਕ੍ਰਿਤ ਬੈਂਕ ਹੁੰਦੇ ਸੀ। ਉਸ ਦੇ ਨਾਲ ਆਪਣੇ ਕੋਲ ਨਿੱਜੀ ਖੇਤਰ ਦੇ ਬੈਂਕ ਹੁੰਦੇ ਸੀ, ਠੀਕ ਹੈ। ਇਹ ਸਾਰੇ ਬੈਂਕ ਜਿਹੜੇ ਨੇ ਉਹ ਆਪਣੇ ਕੋਲ ਹੈਗੇ ਸੀ। ਹੁਣ ਮੁੱਦਾ ਇਹ ਸੀ ਵੀ ਤੁਸੀਂ ਚਾਹੇ ਜਿਹੜੇ ਮਰਜ਼ੀ ਬੈਂਕ ਦੇ ਵਿੱਚ ਜਿਹੜਾ ਹੈ ਉਹ ਪੈਸੇ ਜਮ੍ਹਾਂ ਕਰਾਉਣ ਚਲੇ ਜਾਓ, ਭਾਵੇਂ ਤੁਸੀਂ ਸਟੇਟ ਬੈਂਕ ਆਫ ਇੰਡੀਆ 'ਚ ਜਾਓ ਤੇ ਭਾਵੇਂ ਸਟੇਟ ਬੈਂਕ ਆਫ ਪਟਿਆਲਾ 'ਚ ਜਾਓ, ਭਾਵੇਂ ਤੁਸੀਂ ਜਿਹੜਾ ਹੈ ਬੈਂਕ ਆਫ ਇੰਡੀਆ 'ਚ ਜਾਓ, ਭਾਵੇਂ ਤੁਸੀਂ ਬੈਂਕ ਆਫ ਬੜੌਦਾ 'ਚ ਜਾਓ ਤੇ ਭਾਵੇਂ ਤੁਸੀਂ ਜਿਹੜਾ ਹੈ ਉਹ ਕੈਨਰਾ ਬੈਂਕ 'ਚ ਜਾਓ ਤੇ ਭਾਵੇਂ ਤੁਸੀਂ ਪੰਜਾਬ ਨੈਸ਼ਨਲ ਬੈਂਕ 'ਚ ਜਾਓ, ਜਿਹੜੇ ਮਰਜ਼ੀ ਬੈਂਕ 'ਚ ਜਾ ਕੇ ਪੈਸੇ ਜਮ੍ਹਾਂ ਕਰਾ ਦਿਓ, ਤੁਹਾਨੂੰ ਹਰੇਕ ਬੈਂਕ ਤੋਂ ਬਰਾਬਰ ਵਿਆਜ ਦਰ ਜਿਹੜੀ ਹੈ ਉਹ ਮਿਲੇਗੀ। ਮਤਲਬ ਸਾਰੇ ਦੇ ਸਾਰੇ ਬੈਂਕ ਜਿਹੜੇ ਨੇ ਉਹ ਕੀ ਕਰ ਰਹੇ ਸੀ, ਭਾਵੇਂ ਜੋ ਮਰਜ਼ੀ ਪੈਸੇ ਜਮ੍ਹਾਂ ਕਰਾਉਣ ਆ ਜਾਵੇ, ਸਾਰੇ ਦੇ ਸਾਰਿਆਂ ਨੂੰ ਕੀ ਕਰ ਰਹੇ ਸੀ, ਇੱਕੋ ਵਿਆਜ ਦਰ ਜਿਹੜੀ ਹੈ ਉਹ ਦੇ ਰਹੇ ਸੀ। ਨੰਬਰ 2 ਜੇ ਮੰਨ ਲਓ ਕਿਸੇ ਨੂੰ ਕਰਜ਼ਾ ਲੈਣ ਦੀ ਲੋੜ ਪੈ ਗਈ ਤਾਂ ਸਾਰੇ ਦੇ ਸਾਰੇ ਬਰਾਬਰ ਵਿਆਜ ਲੈਂਦੇ ਸੀ। ਮਤਲਬ ਭਾਵੇਂ ਕਰਜ਼ਾ ਤੁਸੀਂ ਸਟੇਟ ਬੈਂਕ ਆਫ ਇੰਡੀਆ ਤੋਂ ਲੈ ਲਓ, ਭਾਵੇਂ ਸਟੇਟ ਬੈਂਕ ਆਫ ਪਟਿਆਲਾ ਤੋਂ ਲੈ ਲਓ, ਭਾਵੇਂ ਤੁਸੀਂ ਜਿਹੜਾ ਹੈ ਉਹ ਕੈਨਰਾ ਬੈਂਕ ਤੋਂ ਲਓ ਤੇ ਭਾਵੇਂ ਤੁਸੀਂ ਪੰਜਾਬ ਨੈਸ਼ਨਲ ਬੈਂਕ ਤੋਂ ਲਓ, ਜਿੱਥੋਂ ਮਰਜ਼ੀ ਕਰਜ਼ਾ ਲੈ ਲਓ, ਸਾਰੇ ਦੇ ਸਾਰੇ ਬੈਂਕਾਂ ਨੇ ਤੁਹਾਡੇ ਕੋਲ ਇੱਕੋ ਵਰਗੀ ਵਿਆਜ ਲੈਣੀ ਹੈ। ਮਤਲਬ ਕੀ ਹੋਇਆ ਵੀ ਸਾਰੇ ਬੈਂਕ ਜਿਹੜੇ ਨੇ ਉਹ ਇੱਕੋ ਵਰਗੀ ਵਿਆਜ ਦੇ ਰਹੇ ਸੀ ਤੇ ਇੱਕੋ ਵਰਗੀ ਵਿਆਜ ਲੈ ਰਹੇ ਸੀ। ਕਿਉਂ? ਕਿਉਂਕਿ ਉਸ ਟਾਈਮ ਤੇ ਕਰਜ਼ਿਆਂ ਦੇ ਉੱਪਰ ਕਿੰਨੀ ਵਿਆਜ ਲਈ ਜਾਏਗੀ ਤੇ ਜਮ੍ਹਾਂ ਪੈਸਿਆਂ ਦੇ ਉੱਪਰ ਕਿੰਨੀ ਵਿਆਜ ਦਿੱਤੀ ਜਾਏਗੀ ਇਹਦਾ ਨਿਰਧਾਰਨ ਕਰਦਾ ਸੀ ਆਪਣਾ ਭਾਰਤੀ ਰਿਜ਼ਰਵ ਬੈਂਕ। ਮਤਲਬ ਭਾਰਤੀ ਰਿਜ਼ਰਵ ਬੈਂਕ ਨੇ ਕਹਿਤਾ ਕਿ ਲੋ ਜੀ ਆ ਵਿਆਜ ਹੈਗੀ ਹੈ, ਸਾਰੇ ਬੈਂਕ ਜਿਹੜੇ ਨੇ
आ ब्याज जिहड़ी है वो देणगे ते आ वाली ब्याज जिहड़ी है वो लैणगे। हुण सोचो भी जदों सारे बैंक जिहड़े ने वो सेम ब्याज दित्ती जा रहे ने, सेम ब्याज लई जा रहे ने, तां फिर बैंकां दे विच मुकाबला की होया? ठीक है ना। तो बैंकां दे विच मुकाबले की शक्ति तो है ही नहीं सी, क्योंकि सारे बैंक सेम ही कीते जा रहे सी। हुण की कीता गया, ब्याज दरां दा निर्धारण जिहड़ा है वो बैंकां दे उपर छड़ दिता गया। बैंकां नूं इह ताकत दे दित्ती गई कि वो अपनियां ब्याज दरां दा निर्धारण खुद कर सकते ने। मतलब हुण उन्हां नूं जिहड़ा है सेम ब्याज दर लैण दी ते सेम ब्याज दर देण दी कोई लोड़ नहीं है, वो अपनियां ब्याज दरां खुद निर्धारित करेंगे। हुण रिजर्व बैंक ऑफ इंडिया की करेगा, उन्हां नूं ब्याज दर नहीं देगा बल्कि ना की करेगा, एक रेंज दे देगा। जे अगर आप आज दी तरीक दे विच गल करिए, आपां ने एक याद करो एक खाता कीता सी जिंदा आपां नाम दिता सी बचत खाता। ठीक है, बचत खाता केड़ा हुंदा है? जेड़ा कि छोटियां बचतां वास्ते हुंदा है। अगर आपां आज दी तरीक च गल करिए ना, तां बचत खाते वास्ते जेड़ी रेंज है वो हैगी है 3% तो लेके 6.5%। मतलब बैंकां नूं इह कह दित्ता गया किंदे द्वारा? रिजर्व बैंक ऑफ इंडिया द्वारा भी तुसीं अगर कोई बचत खाता तुहाडे कोल खुलवान आंदा है, तुसीं ओनू 3% तो घट ब्याज नहीं दे सकदे ते 6.5% तो ज्यादा नहीं दे सकदे। ठीक हो गया? तां हुण की होया? 3.5 तो लेके 3 तो लेके 6.5% दे विच विच तुसीं जिन्नी मर्जी ब्याज जिहड़ी है वो रख सकदे हो, तुहाडी आदी मर्जी है। मतलब की कीता गया, एक रेंज दी गई भी 3 तो घट नहीं देनी ते 6.5% तो ज्यादा नहीं देनी। 3 तो लेके 6.5% दे विच जिन्नी मर्जी ब्याज जिहड़ी है वो तुसीं दे सकदे हो। हुण की होएगा? हुण जेड़े बैंक तो बहुत वड्डे ने, जिन्हां कोल पहलां ही बहुत गाहक ने, जिन्हां कोल पहलां ही बहुत पैसा है, वो कहणगे देखो सानूं तां लोड़ है नहीं। ठीक है, साडे कोल तां पहले ही खाते बहुत ने, साडे तां गाहक पहले ही बहुत ज्यादा ने, साडे तां ब्रांचेस पहले ही बहुत ज्यादा ने, अस तां ब्याज को नहीं देंदे। वो की करनगे? वो तां ब्याज देणगे घट। ठीक है, पर 3 तो घट वो भी नहीं दे सकदे। जेड़े बैंक नवे खुले है, ठीक है, हुण नवे बैंकां नूं की चाहिए? पैसा चाहिए। उन्हां नूं की चाहिए ने? गाहक चाहिए ने। भी आ तुसीं कदे देखिया होएगा या तुहाडे टीचर्स जिहड़े ने इस गल नूं अच्छी तरह समझणगे भी जदों कोई नवा बैंक खुलदा ना तुहाडे शहर दे विच, तां की हुंदा है? वो बैंक वाले तुहाडे स्कूल आ जांदे ने, तुहाडे घरे आ जांदे ने भी लो जी साडे खाता खुलवाओ आके, असीं तुहानूं इन्नी ब्याज देंगे, तुहानूं इन्ने ओवरड्राफ्ट दी फैसिलिटी देंगे, तुहानूं एटीएम दी सुविधा देंगे, तुहानूं आ फैसिलिटी देंगे। वो तुहानूं आके आदियां खासियत गिनांदे ने भी साडे कोल खाता खुलवाओगे ना तां असीं तुहानूं दे बदले आवलियां जिहड़ियां सुविधावां देंगे। मतलब वो की कर रहे ने? तुहानूं आदी तरफ जिहड़ा खिच्चण दी कोशिश करदे पे ने ताकि वो दूजे बैंकां दे नाल की कर सकन, मुकाबला कर सकन। यानी हुण नवे बैंक की करनगे? ब्याजां देणगे ज्यादा, सुविधावां देणगे ज्यादा, ताकि वो पुराने बैंक जिहड़े ने उन्हां दा मुकाबला कर सकन। हुण इस टाइम पे की होया? अलग-अलग बैंकां दे विच होया मुकाबला। मुकाबला किवें होया? हुण जे मान लो तुसीं पैसे जमा कराने ने, तुसीं की करोगे? तुसीं उस बैंक विच पैसे जमा कराओगे जेड़ा तुहानूं तुहाडे जमा दे उपर ज्यादा ब्याज देगा। जे तुसीं कर्जा लेना है तां किहड़े बैंक कोल कर्जा लाओगे? उस बैंक कोलों जो तुहानूं घट तो घट ब्याज दर लावेगा। मतलब अगर पहलां दी गल करिए, पहलां तां सारे इक्को वर्गे सी तां भेदभाव हुंदा नहीं सी। हुण की है? सारे बैंक जिहड़े ने वो वखरे वखरे ने, सारे बैंक जिहड़े ने वो अपनियां ब्याज दर दा निर्धारण जिहड़ा है वो आप करदे ने। जिन्हों तां पैसे दी लोड़ ज्यादा हुंदी है वो ब्याज दर ज्यादा रख लैंदा है, जिन्हों ब्याज दी पैसे दी लोड़ घट हुंदी है वो ब्याज घट रख लैंदा है। यानी ये जिहड़ा ब्याज दरां दा सुतंत्र निर्धारण है, इन्ने बैंकां दे विच मुकाबले दी शक्ति वधाई। यानी हुण बैंक जिहड़े ने वो एक दूजे नाल मुकाबला करन दे जिहड़ा वो आ गए ने। तां आर्थिक सुधारां दा उद्देश ही ये सी कि बैंक जिहड़े की करन एक दूजे दे नाल मुकाबला करन, क्योंकि जे मुकाबला होएगा तां ही जिहड़ी अपनी योग्यता है उन्होंने आपां सही तरीके नाल जिहड़ा है वो उंदी आपां एक्सप्रेशन दे सकांगे। जदों मुकाबला ही नहीं हैगा, हर एक बंदे लगदा ठीक है सारे बराबर ब्याज लैंदे पे ने, सारे बराबर ब्याज दिंदे पे ने, सानू की लोड़ है फालतू है पंगा लैण दी। पर हुण जदों मुकाबला होएगा, हर एक बैंक दूजे नाल वधिया करन दी कोशिश करेगा, उनका फायदा अल्टीमेटली किनू होएगा?
ਹੋਏਗਾ, ਜਿਹੜੇ ਉਸ ਬੈਂਕ ਦੇ ਗਾਹਕ ਨੇ ਉਹਨਾਂ ਨੂੰ ਫਾਇਦਾ ਹੋਏਗਾ। ਯਾਨੀ ਬੈਂਕ ਦੇ ਗਾਹਕਾਂ ਨੂੰ ਫਾਇਦਾ ਹੋਏਗਾ ਤਾਂ ਕੀ ਹੋਏਗਾ, ਉਹ ਜ਼ਿਆਦਾ ਖਾਤੇ ਖੁਲਵਾਉਣਗੇ ਬੈਂਕਾਂ ਦੇ ਵਿੱਚ, ਉਹਦੇ ਨਾਲ ਕੀ ਹੋਏਗਾ, ਬੈਂਕਾਂ ਨੂੰ ਵੀ ਫਾਇਦਾ ਹੋਏਗਾ, ਬੈਂਕਾਂ ਦੀਆਂ ਨਵੀਆਂ ਬ੍ਰਾਂਚਸ ਖੁੱਲਣਗੀਆਂ, ਉਹਨਾਂ 'ਚ ਜ਼ਿਆਦਾ ਲੋਕਾਂ ਨੂੰ ਕੰਮ ਮਿਲੇਗਾ। ਯਾਨੀ ਬੈਂਕ ਜਿਹੜੇ ਨੇ ਉਹ ਦੇਸ਼ ਦੇ ਵਿਕਾਸ ਦੇ ਵਿੱਚ ਸਹੀ ਯੋਗਦਾਨ ਜਿਹੜਾ ਹੈ ਉਹ ਦੇ ਪਾਣਗੇ। ਤਾਂ ਇਹ ਜਿਹੜਾ ਕੰਮ ਸੀ ਇਹਦੇ ਨਾਲ ਵੀ ਆਪਣਾ ਜਿਹੜਾ ਬੈਂਕਿੰਗ ਪ੍ਰਬੰਧ ਹੈ ਉਹ ਬਹੁਤ ਜ਼ਿਆਦਾ ਸੁਧਰਿਆ। ਫਿਰ ਕੀ ਕੀਤਾ ਗਿਆ, 1991 ਦੇ ਵਿੱਚ ਜਿਹੜੇ ਵੀ ਨਿੱਜੀ ਖੇਤਰ ਦੇ ਬੈਂਕ ਨੇ, ਠੀਕ ਹੈ, ਨਿੱਜੀ ਖੇਤਰ ਦੇ ਬੈਂਕਾਂ ਨੂੰ ਕੀ ਕਰ ਦਿੱਤਾ ਗਿਆ, ਇਜਾਜ਼ਤ ਦਿੱਤੀ ਗਈ। ठीक है, मतलब पहला सरकार ने की किया गया सी भी जेडे प्राइवेट बैंक ने उन्होंने ना मतलब उनके ते रोक लगाई गई सी। याद करो 1969 दे विच की किया गया सी, प्राइवेट बैंकां नूं जेड़ा है वो सरकारी बना दिता गया सी। 14 बैंक जेडे ने उन्हां दा राष्ट्रीयकरण जेड़ा है वो कर दिता गया सी। 1980 विच की किया गया 6 होर बैंकां दा राष्ट्रीयकरण जेड़ा है वो कर दिता गया सी। मतलब प्राइवेट बैंकां नूं सरकारी बनाया जा रहा सी, पर हुण की किया गया, उल्टा हो गया। हुण की किया गया, प्राइवेट बैंकां नूं कहा गया भी तुसी आओ अपनी ब्रांचेस खोलो। आज जेडे आपां आजकल सारे बैंक देख रहे हैं ना, ये जेडे विदेशी बैंक खुले हुए ने या जेडे नवे-नवे प्राइवेट बैंक खुले हुए ने, ये सारा कुछ क्यों होया, क्योंकि सरकार ने जेडे प्राइवेट खेतर दे बैंक सी उन्हां नूं कहा भी तुसी आओ अपनी ब्रांचेस खोलो। उहदे नाल की होएगा, देश दे विच जिहड़ियां बैंकिंग सुविधावां ने उनका की होएगा, विकास होएगा। यानी ऐजियां थावां ते भी बैंक खुलणगे जिथे की होएगा बैंकिंग सुविधा मौजूद नहीं है। क्योंकि देखो अगर सिंपल एग्जांपल लईए, अगर तुसी एक पिंड दे स्टूडेंट हो, आदे पिंड दी एग्जांपल ले लो, जेकर तुहाडे पिंड दे विच बैंक नहीं हैगा फिर की होएगा, नाल दे लगवे पिंड दे विच होऊगा, है ना, की होएगा, तुसी मान लो कोई पैसे जमा कराने ने, कोई पैसे कढाने ने, तुहानू उस पिंड दे विच जाना पएगा। जिवें मैं आदि एग्जांपल लवां, मैं जिस पिंड दे विच नौकरी करदा ਉਹਦਾ ਨਾਮ ਹੈ ਸਾਬੂਆਣਾ। ਸਾਬੂਆਣਾ ਫਾਜ਼ਿਲਕਾ ਦੇ ਨੇੜੇ ਹੈ। ਉਸ ਪਿੰਡ ਦੇ ਵਿੱਚ ਕੋਈ ਬੈਂਕ ਨਹੀਂ ਹੈਗਾ, ਛੋਟਾ ਮੋਟਾ ਵੀ ਬੈਂਕ ਨਹੀਂ ਹੈਗਾ। ਸਾਨੂੰ ਆਦਾ ਕੰਮ ਕਰਨ ਵਾਸਤੇ ਬੈਂਕਾਂ ਦਾ ਨਾਲ ਦੇ ਪਿੰਡ ਜਿਹੜਾ ਕਿ ਬਾਂਡੀ ਵਾਲਾ ਹੈ ਉੱਥੇ ਜਾਣਾ ਪੈਂਦਾ ਹੈ। ਠੀਕ ਹੈ, ਉੱਥੇ ਬੈਂਕ ਹੈਗਾ ਪੰਜਾਬ ਗ੍ਰਾਮੀਣ ਬੈਂਕ, ਉੱਥੇ ਜਾਣਾ ਪੈਂਦਾ ਹੈ। ਹੁਣ ਸਾਰੇ ਬੰਦੇ ਤਾਂ ਜਾਣਗੇ ਨਹੀਂ, ਠੀਕ ਹੈ, ਕੀ ਹੋਏਗਾ, ਪੈਸੇ ਘਰੇ ਪਏ ਰਹਿਣਗੇ, ਤਾਂ ਉਹਨੂੰ ਆਪਾਂ ਕਹਾਂਗੇ ਬੇਕਾਰ ਬਚਤਾਂ। ਠੀਕ ਹੈ, ਜਿਹੜੀਆਂ ਐਜੀਆਂ ਬਚਤਾਂ ਜਿਹੜੀਆਂ ਕੀਤੀਆਂ ਤਾਂ ਗਈਆਂ ਪਰ ਜਿੰਦਾ ਆਪਣੇ ਦੇਸ਼ ਦੇ ਵਿਕਾਸ 'ਚ ਕੋਈ ਯੋਗਦਾਨ ਨਹੀਂ ਹੋ ਪਾਇਆ। बैंक होणगे, लोकी बैंकां च पैसा जमा कराणगे, उहदे नाल की होएगा, वो पैसा अगे निवेश दे काम आएगा, किसी न किसी काम में लगेगा, देश का विकास होएगा। ताकि होया निजी बैंकां नूं की कीता गया, आदियां ब्रांचेस खोलण दी आजादी जिहड़ी है वो दे दित्ती गई। यानी कि निजी बैंकां नूं कह दित्ता गया कि तुसीं भी आदियां ब्रांचेस जिहड़ियां ने वो खोल सकदे हो। हुण अगर मैं तुहानूं अपने शहर दी एग्जांपल देवां, ਉਹਦੇ ਚ ਕੀ ਸੀ ਵੀ ਸਾਡੇ ਕੀ ਹੈ ਫਾਜ਼ਿਲਕਾ ਦੇ ਵਿੱਚ ਹੈਗੀ ਹੈ ਅਨਾਜ ਮੰਡੀ। ਠੀਕ ਹੈ, ਉਸ ਅਨਾਜ ਮੰਡੀ ਦੇ ਨੇੜੇ ਤੇੜੇ ਕੋਈ ਬੈਂਕ ਨਹੀਂ ਹੈਗਾ ਸੀ। ਠੀਕ ਹੈ, ਨੇੜੇ ਤੋਂ ਨੇੜੇ ਬੈਂਕ ਜਿਹੜਾ ਨਾ ਉਹ ਹੈਗਾ ਸੀ ਸਾਡੇ ਫਾਜ਼ਿਲਕਾ ਦੀ ਬੈਂਕ ਰੋਡ ਤੇ। ਬੈਂਕ ਰੋਡ ਤੇ ਹੈਗਾ ਸਟੇਟ ਬੈਂਕ ਆਫ ਇੰਡੀਆ, ਉਸ ਤੋਂ ਨਾਲ ਹੈਗਾ ਸੀ ਪੰਜਾਬ ਨੈਸ਼ਨਲ ਬੈਂਕ ਤੇ ICICI ਬੈਂਕ, ਇਹ ਸਾਰੇ ਉੱਥੇ ਹੈਗੇ ਸੀ। मान लो एक किसान ने आदि फसल बेची, या मान लो एक किसान ने आड़ती कोलों पैसे ले, ठीक है, पैसे लेके उन्हें तुरना है अनाज मंडी तो उन्हें आना है बैंक रोड। हुण अनाज मंडी तो बैंक रोड पैंदी है लगभग 1.5 ਤੋਂ लेके 2.25 किलोमीटर। ठीक है, ਉਹਦੇ ਦੌਰਾਨ ਕੀ ਹੁੰਦਾ ਸੀ, ਬੜੀਆਂ ਘਟਨਾਵਾਂ ਐਜੀਆਂ ਹੋਈਆਂ ਵੀ ਜਿਨ੍ਹਾਂ ਨਾਲ ਕੀ ਹੋਇਆ, ਕਿਸਾਨ ਨੂੰ ਕਿਸੇ ਨੇ ਲੁੱਟ ਲਿਆ, ਪੈਸੇ ਚੋਰੀ ਹੋ ਗਏ, ਕੁਝ ਵੀ ਹੋ ਗਿਆ। ਇਹ ਸੋਚ ਕੇ ਸਟੇਟ ਬੈਂਕ ਆਫ ਇੰਡੀਆ ਨੇ ਕੀ ਕੀਤਾ, ਆਦੀ ਇੱਕ ਬ੍ਰਾਂਚ ਨਾ ਅਨਾਜ ਮੰਡੀ ਦੇ ਅੰਦਰ ਹੀ ਖੋਲ੍ਹਤੀ। ਮਤਲਬ ਹੁਣ ਕੀ ਹੋਇਆ, ਕਿਸਾਨ ਨੂੰ ਜਿੰਨੇ ਪੈਸੇ ਮਿਲੇ ਉਹ ਲੈ ਕੇ ਉਹਨੂੰ ਮੰਡੀ ਤੋਂ ਬਾਹਰ ਨਿਕਲਣ ਦੀ ਲੋੜ ਹੀ ਨਹੀਂ। ਉਹ ਕੀ ਕਰੇਗਾ, ਮੰਡੀ 'ਚ ਪੈਸੇ ਕਮਾਏਗਾ, ਉੱਥੇ ਬੈਂਕ ਦੇ ਵਿੱਚ ਜਮ੍ਹਾਂ ਕਰਾ ਦੇਗਾ। ਜੇ ਮੰਨ ਲਓ ਉਹਨੇ ਕਿਸੇ ਕੋਲ ਖਾਦ ਲੈਣੀ ਹੈ ਜਾਂ ਦਵਾਈਆਂ ਲੈਣੀਆਂ ਨੇ ਜਾਂ ਬੀਜ ਲੈਣੇ ਨੇ, ਉੱਥੇ ਪੈਸੇ ਕਢਾਏਗਾ, ਮੰਡੀ ਦੇ ਅੰਦਰ ਹੀ ਫੜਾ ਦੂਗਾ। ਮਤਲਬ ਸਾਰਾ ਕੰਮ ਮੰਡੀ ਦੇ ਅੰਦਰ ਹੀ ਹੋਣਾ ਸ਼ੁਰੂ ਹੋ ਜਾਊਗਾ। ਹੁਣ ਕੀ ਹੋਇਆ, ਹੁਣ ਸਟੇਟ ਬੈਂਕ ਕੋਲ ਗਾਹਕ ਬੜੇ ਵੱਧ ਗਏ। ਉਹਨੂੰ ਵੇਖ ਕੇ ਓਰੀਐਂਟਲ ਬੈਂਕ ਆਫ ਕਾਮਰਸ ਨੇ ਵੀ ਕੀ ਕੀਤਾ, ਉੱਥੇ ਦੀ ਬ੍ਰਾਂਚ ਖੋਲਤੀ। फिर क्या होया, पंजाब नेशनल बैंक भी आगे ब्रांच उनके सामने ले आया, फिर एक्सिस बैंक भी उनके सामने आ गया, फिर बैंक ऑफ
ਇੰਡੀਆ ਵੀ ਉਹਦੇ ਸਾਹਮਣੇ ਆ ਗਿਆ। ਯਾਨੀ ਸਾਰੇ ਬੈਂਕ ਜਿਹੜੇ ਨੇ ਉਹਨਾਂ ਨੇ ਆਦੀ ਇੱਕ ਇੱਕ ਬ੍ਰਾਂਚ ਜਿਹੜੀ ਹੈ ਉਹ ਅਨਾਜ ਮੰਡੀ ਦੇ ਲਾਗੇ ਖੋਲਤੀ। ਨਤੀਜਾ ਕੀ ਨਿਕਲਿਆ? ਮੁਕਾਬਲਾ ਸ਼ੁਰੂ ਹੋ ਗਿਆ। ਤਾਂ ਇਹ ਪ੍ਰਾਈਵੇਟ ਬੈਂਕਾਂ ਦੇ ਆਉਣ ਦਾ ਇਹੀ ਫਾਇਦਾ ਹੋਇਆ ਵੀ ਬੈਂਕਾਂ ਦੇ ਵਿੱਚ ਜਿਹੜਾ ਆਪਸੀ ਮੁਕਾਬਲਾ ਹੈ ਉਹ ਬਹੁਤ ਜ਼ਿਆਦਾ ਵਧਿਆ, ਜਿੰਦੇ ਨਾਲ ਅਲਟੀਮੇਟਲੀ ਜਿਹੜੇ ਬੈਂਕਾਂ ਦੇ ਗਾਹਕ ਸੀ ਉਹਨਾਂ ਨੂੰ ਜਿਹੜਾ ਹੈ ਉਹ ਫਾਇਦਾ ਹੋਇਆ। ਫਿਰ ਕੀ ਹੋਇਆ? ਜਿਹੜਾ ਵੀ ਸਬਸਿਡੀ ਉਧਾਰ ਹੈ ਉਹਨੂੰ ਕੀ ਕੀਤਾ ਗਿਆ? ਉਹਨੂੰ ਘਟਾਇਆ ਗਿਆ। देखो अल्टीमेटली ना आपा एक कहने जरूर आ भी बैंकों का जो मेन काम है वो की है, वो है लोगों की भलाई करना। सरकारी बैंक इस करके ही बनाए गए सी ताकि लोगों की भलाई हो सके। पर भलाई कितनी को देर करोगे? अल्टीमेटली बैंक ने चलना है। बैंक ਨੂੰ ਚੱਲਣ ਵਾਸਤੇ ਕੀ ਚਾਹੀਦਾ ਹੈ? ਪ੍ਰੋਫਿਟ ਚਾਹੀਦੇ ਨੇ। ਜੇ ਬੈਂਕ ਨੂੰ ਮੁਨਾਫੇ ਹੋਣਗੇ, ਆਪਾਂ ਯਾਦ ਕਰੋ ਆਪਾਂ ਕਿਹਾ ਸੀ ਵੀ ਜਿਹੜੇ ਵੀ ਬੈਂਕਾਂ ਦੇ ਮੁਨਾਫੇ ਹੁੰਦੇ ਨੇ ਬੈਂਕਿੰਗ ਭਾਸ਼ਾ ਦੇ ਵਿੱਚ ਉਹਨੂੰ ਕਹਿੰਦੇ ਨੇ ਸਪਰੈਡ, S P R E A D ਸਪਰੈਡ, ਉਹਨੂੰ ਆਪਾਂ ਸਪਰੈਡ ਕਹਿੰਦੇ ਆ। ਠੀਕ ਹੈ, ਤਾਂ ਹੁਣ ਜੇ ਬੈਂਕਾਂ ਨੂੰ ਮੁਨਾਫੇ ਹੋਣਗੇ ਤਾਂ ਹੀ ਉਹ ਆਦੇ ਜਿਹੜੇ ਲੋਕ ਕੰਮ ਕਰਦੇ ਨੇ ਬੈਂਕਾਂ ਵਿੱਚ ਉਹਦੇ ਤਨਖਾਹਾਂ ਦੇ ਪਾਣਗੇ, ਤਾਂ ਹੀ ਉਹ ਨਵੀਆਂ ਬ੍ਰਾਂਚਿਸ ਖੋਲ ਪਾਣਗੇ, ਤਾਂ ਹੀ ਲੋਕਾਂ ਨੂੰ ਸੁਵਿਧਾਵਾਂ ਦੇ ਪਾਣਗੇ। ਹੁਣ ਕੀ ਸੀ? ਪਹਿਲਾਂ ਕੀ ਹੁੰਦਾ ਸੀ ਕਿ ਬੰਦੇ ਨੇ ਬੈਂਕ ਤੋਂ ਲੋਨ ਲੈ ਲਿਆ, ਸਰਕਾਰ ਕਹਿੰਦੀ ਲੋ ਜੀ ਅਸਤਾਨਾ ਸਮਾਜਿਕ ਕਲਿਆਣ ਵਾਸਤੇ ਕੰਮ ਕਰਦੇ ਪਿਆ, ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੇ ਪਿਆ, ਕੀ ਕਰੋ? ਫਲਾਣੇ ਦਾ ਲੋਨ ਮਾਫ ਕਰ ਦਿਓ ਜਾਂ ਫਲਾਣੇ ਨੂੰ ਕੀ ਕਰੋ? ਸਬਸਿਡੀ ਦੇ ਦਿਓ। ਹੁਣ ਸਰਕਾਰ ਨੇ ਤਾਂ ਆਰਡਰ ਪਾਸ ਕਰਤਾ, अल्टीमेटली नुकसान किंदा होया उस बैंक का, क्योंकि सरकार ने अनाउंसमेंट करती लो जी इस बंदे का लोन माफ कर दो, इस बंदे का जड़ा है उन कर्जे दे सब्सिडी दे दो। पहलों तो बैंक दे गए ना, तो बैंक मुनाफे छेगे नहीं सी। फिर सरकार ने यह फैसला लिया कि अल्टीमेटली बैंकों ਨੂੰ भी थोड़ियां बहुतियां सुविधावां ਜਿਹੜੀਆਂ ਨੇ ਉਹ ਦਿੱਤੀਆਂ ਜਾਣ। ਇਹ ਜਿੰਨੀਆਂ ਸਬਸਿਡੀਆਂ ਆਪਾਂ ਦੇ ਰਹੇ ਆ ਨਾ ਕਰਜ਼ਿਆਂ ਤੇ, ਇਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਜਿਹੜਾ ਆਪਣਾ ਬੈਂਕਿੰਗ ਪ੍ਰਬੰਧ ਹੈ ਉਹ ਫੇਲ ਹੋ ਰਿਹਾ ਹੈ। ਬੈਂਕਾਂ ਦੇ ਜਿਹੜੇ ਪ੍ਰੋਫਿਟ ਨੇ ਉਹ ਲਗਾਤਾਰ ਘਟ ਰਹੇ ਨੇ। ਤਾਂ ਕੀ ਕੀਤਾ ਗਿਆ? ਜਿਹੜੇ ਵੀ ਸਬਸਿਡੀ ਉਧਾਰ ਨੇ ਉਹਨਾਂ ਦੀ ਮਾਤਰਾ ਨੂੰ ਘਟਾਇਆ ਗਿਆ। ध्यान रखना मैं वर्ड यूज किया है घटाया गया, खत्म नहीं किया गया, क्योंकि कई लोन ऐसे होंगे ने जिन्हों ਆਪਾਂ ਕਹਿੰਦੇ ਆ ਵੀ ਇਹ ਕੀ ਹੈ? ਇਹ ਤਾਂ ਨਾ ਆਪਣੇ ਦੇਸ਼ ਦਾ ਪ੍ਰਾਥਮਿਕ ਖੇਤਰ ਹੈ। ਪ੍ਰਾਥਮਿਕ ਖੇਤਰ मतलब खेती नहीं, प्राथमिक मतलब प्रायोरिटी सेक्टर है, जिन्हों ਆਪਾਂ ਸਭ ਤੋਂ ਵੱਧ प्रायोरिटी देनी है, पहल देनी है, ਉਹਨਾਂ ਨੂੰ ਸਬਸਿਡੀ ਦਿੱਤੀ ਜਾਏਗੀ। मतलब ਜਿਹੜੇ ਬਹੁਤ ਹੀ ਪਿਛੜੇ ਖੇਤਰ ਨੇ ਜਿਹੜੇ ਕਿ बिना सब्सिडी वाले उधार तो काम ही नहीं कर सकते, जब पर अपने देश वास्ते बड़े जरूरी ने उन्होंने उधार के ऊपर सब्सिडी जरूर दी जाएगी। बाकी ਜਿਹੜੇ सब्सिडी उधार ने उन्होंने की किया जाएगा? हौली हौली घटाया जाएगा ताकि बैंकों के मुनाफे ਜਿਹੜੇ ਨੇ ਉਹਨੂੰ ਵਧਾਇਆ ਜਾ ਸਕੇ। देखो ਹੁਣ बैंकों के मुनाफे ਵਧਣਗੇ तो की होएगा? बैंक अपने ग्राहकों ਨੂੰ ਹੋਰ ਸੁਵਿਧਾਵਾਂ ਦੇਣਗੇ, ਨਵੀਆਂ ਬ੍ਰਾਂਚਸ ਖੋਲਣਗੇ, ਨਵੇਂ ਲੋਕਾਂ ਨੂੰ ਕੰਮ ਮਿਲੇਗਾ। ਤਾਂ ਇਹਦੇ ਨਾਲ ਅਗਰ ਬੈਂਕ ਮੁਨਾਫੇ ਜਾਏਗਾ ਤਾਂ ਬੈਂਕਾਂ ਦੇ ਵਿੱਚ ਰੁਜ਼ਗਾਰ ਵਧੇਗਾ, ਬੈਂਕਾਂ 'ਚ ਨਵੇਂ ਲੋਕਾਂ ਨੂੰ ਕੰਮ ਮਿਲੇਗਾ, ਉਹਨਾਂ ਨੂੰ ਆਮਦਨ ਹੋਏਗੀ, ਉਹ ਪੈਸਾ ਖਰਚ ਕਰਨਗੇ, ਦੇਸ਼ ਅੱਗੇ ਜਾਏਗਾ। ਅਰੇ ਜਦੋਂ ਬੈਂਕ ਹੀ ਘਾਟੇ 'ਚ ਹੈਗਾ ਤਾਂ ਨਵੇਂ ਬੰਦਿਆਂ ਨੂੰ ਕੰਮ ਕਿੱਥੋਂ ਮਿਲ ਜਾਏਗਾ? ਰੁਜ਼ਗਾਰ ਕਿਵੇਂ ਵਧੇਗਾ ਦੇਸ਼ ਵਿੱਚ? ਤਾਂ ਜਿਹੜਾ ਇਹ ਸਬਸਿਡੀ ਉਧਾਰ ਨੂੰ ਘਟਾ ਕੇ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰੇ। मतलब एक ਤਾਂ ਬੈਂਕਾਂ ਨੂੰ ਘਾਟੇ ਤੋਂ ਬਚਾ ਲਿਆ, ਦੂਜਾ ਉਹਨਾਂ ਦੇ ਮੁਨਾਫੇ ਵਧਾ ਲਏ। ਫਿਰ ਕੀ ਹੋਇਆ? ਉਹ ਜੇ ਮੁਨਾਫੇ ਵਧੇ ਤਾਂ ਉਹਨਾਂ ਨੇ ਜ਼ਿਆਦਾ ਬ੍ਰਾਂਚਸ ਖੋਲੀਆਂ, ਜ਼ਿਆਦਾ ਲੋਕਾਂ ਨੂੰ ਕੰਮ ਦਿੱਤਾ, ਤਾਂ ਰੁਜ਼ਗਾਰ ਦਾ ਪੱਧਰ ਵੀ ਵਧਾ ਲਿਆ। ਤਾਂ ਸਾਰੇ ਫਾਇਦੇ ਜਿਹੜੇ ਨੇ ਉਹ ਇੱਥੋਂ ਹੋ ਗਏ। ਫਿਰ ਕੀ ਹੋਇਆ? ਸਰਕਾਰ ਕਹਿੰਦੀ ਵੀ ਜਿਹੜੇ ਵੀ ਕਰਜ਼ੇ ਦਿੱਤੇ ਗਏ ਨੇ, ਠੀਕ ਹੈ, ਕਰਜ਼ਿਆਂ ਦੀ ਵਸੂਲੀ ਕਿਵੇਂ ਕਰਨੀ ਹੈ? ਤਾਂ ਕਈ ਨਾ ਕੀ ਹੁੰਦਾ ਹੈ बैंक दे ऐजे गाहक होंदे ने जिन्हों ਆਪਾਂ ਕਹਿੰਦੇ ਆ willful defaulter। willful मतलब आदि मर्जी ਨਾਲ डिफाल्टर, ਵੀ ਸਾਡੇ ਕੋਲ ਪੈਸੇ ਹੈਗੇ ਨੇ ਪਰ ਅਸੀਂ ਦੇਣੇ ਨਹੀਂ। ਦੇਖੋ ਕੀ ਹੁੰਦਾ ਹੈ ਜਦੋਂ ਵੀ ਕੋਈ ਬੰਦਾ ਕਰਜ਼ਾ ਲੈਂਦਾ ਹੈ ਤਾਂ ਕਿਸੇ ਨਾ ਕਿਸੇ ਕੰਮ ਦੇ ਵਿੱਚ ਜਿਹੜਾ ਹੈ ਉਹ ਪੈਸੇ ਨੂੰ ਲਾਉਂਦਾ ਹੈ। ਤਾਂ ਕੰਮ 'ਚ ਪੈਸੇ ਲਾਏਗਾ ਤਾਂ ਰਿਸਕ ਤਾਂ ਰਹੇਗਾ। ਰਿਸਕ ਜਿਹੜੇ ਨੇ, ਜੋਖਿਮ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। एक ਹੁੰਦੇ ਨੇ ਉਹਨੂੰ ਆਪਾਂ ਕਹਿੰਦੇ ਆ ਬਿਜ਼ਨਸ ਰਿਸਕ। ਬਿਜ਼ਨਸ ਰਿਸਕ मतलब ਵਪਾਰਕ ਜੋਖਮ। ਵੀ ਬੰਦੇ ਨੇ ਕੀ ਕੀਤਾ? ਕਰਜ਼ਾ ਲਿਆ, ਇੱਕ ਵਪਾਰ ਦੇ ਵਿੱਚ ਜਾਂ ਇੱਕ ਬਿਜ਼ਨਸ ਦੇ ਵਿੱਚ ਪੈਸਾ ਲਾਇਆ,
ਜਿਹੜੇ ਬਿਜ਼ਨਸ 'ਚ ਪੈਸਾ ਲਾਇਆ ਉਹ ਬਿਜ਼ਨਸ ਫੇਲ ਹੋ ਗਿਆ। ਬੰਦਾ ਕਹਿੰਦਾ ਜੀ ਮੈਂ ਪੈਸੇ ਦੇਣੇ ਚਾਹਨਾ ਪਰ ਜਿਹੜੇ ਕੰਮ 'ਚ ਮੈਂ ਪੈਸੇ ਲਾਏ ਸੀ ਉਹ ਕੰਮ ਡੁੱਬ ਗਿਆ ਤਾਂ ਮੈਂ ਪੈਸੇ ਦੇਣ ਦੀ ਹਾਲਤ 'ਚ ਨਹੀਂ ਹੈਗਾ, ਮੈਂ ਦੇ ਦਿਆਂਗਾ। ਇਹ ਹੁੰਦਾ ਹੈ ਬਿਜ਼ਨਸ ਰਿਸਕ। ਇੱਕ ਹੁੰਦਾ ਹੈ ਵਿਅਕਤੀਗਤ ਰਿਸਕ ਯਾਨੀ ਕਿ ਪਰਸਨਲ ਰਿਸਕ, ਮਤਲਬ ਬੰਦਾ ਕਹਿੰਦਾ ਜੀ ਦੇਣੇ ਹੀ ਨਹੀਂ, ਉਹਨਾਂ ਵਾਲੇ ਨੇ ਪਰਸਨਲ ਰਿਸਕ। ਠੀਕ ਹੈ ਵੀ ਮੇਰੇ ਕੋਲ ਪੈਸੇ ਮੰਗੋਗੇ ਮੈਂ ਤਾਂ ਸੁਸਾਈਡ ਕਰੂੰਗਾ ਜਾਂ ਮੈਂ ਤਾਂ ਦੇਸ਼ ਛੱਡ ਕੇ ਭੱਜ ਜਾਊਂਗਾ। ਉਹ ਹੁੰਦੇ ਨੇ ਵਿਲਫੁਲ ਡਿਫਾਲਟਰ, ਮਤਲਬ ਜਿਹੜੇ ਪੈਸੇ ਹੋਣ ਦੇ ਬਾਵਜੂਦ ਵੀ ਪੈਸਾ ਦੇਣ ਨੂੰ ਤਿਆਰ ਨਹੀਂ ਹੁੰਦੇ। ਤਾਂ ਸਰਕਾਰ ਨੇ ਕੀ ਕੀਤਾ, ਇਹ ਜਿਹੜੇ ਡਿਫਾਲਟਰਸ ਦੇ ਕੋਲੋਂ ਕਰਜ਼ਾ ਵਸੂਲ ਕਰਨਾ ਹੈ। देखो हम बैंक मतलब कोई धर्म खाता ਤਾਂ ਹੈ ਨਹੀਂ, बैंक कोई धर्मशाला ਤਾਂ ਹੈ ਨਹੀਂ। ठीक है मतलब जो मर्जी आया कर्जा ले गया वापस दिंदे ही नहीं पे। तब ਹੁਣ सोचो भी अगर बैंक कर्जा ਦਿੱਤੀ ਜਾਏਗਾ बैंक तो कर्जा वापस आएगा ही नहीं ਤਾਂ बैंक अगले बंदे ਨੂੰ कर्जा ਕਿੱਥੋਂ ਦੇਗਾ। ਇਹ ਤਾਂ ਬੈਂਕਾਂ ਦੇ ਜਿਹੜੇ ਕਰਜ਼ਿਆਂ ਦੀ ਵਾਪਸੀ ਹੈ ਉਹਦੇ ਤੇ ਨਿਰਭਰ ਕਰਦਾ ਹੈ ਕਿ ਅਗਲੀ ਵਾਰੀ ਬੈਂਕ ਜਿਹੜਾ ਹੈ ਉਹ ਕਿੰਨੇ ਕਰਜ਼ੇ ਦੇਣ ਦੀ ਕਾਬਲੀਅਤ ਰੱਖਦਾ ਹੈ। ਤਾਂ ਬੈਂਕਾਂ ਨੂੰ ਕੀ ਕੀਤਾ ਗਿਆ, ਜਿਹੜਾ ਆਪਣਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਹਨੇ ਇਹ ਸੁਵਿਧਾ ਦਿੱਤੀ ਵੀ ਹੁਣ ਤੁਸੀਂ ਕੀ ਕਰ ਸਕਦੇ ਹੋ, ਆਦੇ ਕਰਜ਼ਿਆਂ ਦੀ ਵਸੂਲੀ ਆਪਦੇ ਪੱਧਰ ਤੇ ਕਰ ਸਕਦੇ ਹੋ। मतलब ਤੁਸੀਂ ਭਾਵੇਂ ਉਸ ਬੰਦੇ ਤੇ ਕੇਸ ਕਰੋ, ਭਾਵੇਂ ਉਹਦੀ ਜਾਇਦਾਦ ਜ਼ਬਤ ਕਰੋ, ਜੋ ਮਰਜ਼ੀ ਕਰੋ, ਕਰਜ਼ਿਆਂ ਦੀ ਵਸੂਲੀ ਕਰੋ, ਕਿਉਂਕਿ ਜੇ ਕਰਜ਼ਿਆਂ ਦੀ ਵਸੂਲੀ ਹੋਏਗੀ ਤਾਂ ਹੀ ਤੁਸੀਂ ਅਗਲੀ ਵਾਰੀ ਨਵੇਂ ਕਰਜ਼ੇ ਜਿਹੜੇ ਨੇ ਉਹ ਦੇ ਪਾਓਗੇ। ਮਤਲਬ ਹੁਣ ਰਿਜ਼ਰਵ ਬੈਂਕ ਨੇ ਸਿੱਧਾ ਕਹਿਤਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ, ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਵੀ ਤੁਸੀਂ ਕਰਜ਼ੇ ਨਾ ਲਓ ਜੀ, ਕਰਜ਼ੇ ਮਾਫ ਕਰ ਦਿਓ ਜੀ, ਅਸੀਂ ਕੁਝ ਨਹੀਂ ਕਹਿਣਾ। ठीक है ਤੁਹਾਡੀ ਮਰਜ਼ੀ ਹੈ, ਤੁਹਾਡੇ ਕਰਜ਼ੇ ਨੇ, ਤੁਸੀਂ ਜਿਵੇਂ ਮਰਜ਼ੀ ਵਸੂਲ ਕਰੋ, ਭਾਵੇਂ ਜਿਵੇਂ ਮਰਜ਼ੀ ਕਰਨੇ ਪੈਣ, ਕੋਰਟ 'ਚ ਲੈ ਕੇ ਜਾਣਾ ਪੈਂਦਾ ਹੈ ਕੋਰਟ 'ਚ ਲੈ ਕੇ ਜਾਓ। ਠੀਕ ਹੈ ਕੇਸ ਕਰਨਾ ਪੈਂਦਾ ਹੈ ਕੇਸ ਕਰੋ, ਉਹਦੀ ਜ਼ਮੀਨ ਜਾਇਦਾਦ ਜ਼ਬਤ ਕਰਨੀ ਪੈਂਦੀ ਹੈ ਕਰੋ, ਵੇਚੋ, ਜੋ ਮਰਜ਼ੀ ਕਰੋ, ਕਰਜ਼ੇ ਜਿਹੜੇ ਨੇ ਉਹ ਵਾਪਸ ਲੈ ਕੇ ਆਣੇ ਨੇ, ਕਰਜ਼ੇ ਦੀ ਕੀ ਕਰਨੀ ਹੈ ਵਸੂਲੀ ਕਰਨੀ ਹੈ। ਹੁਣ ਜਦੋਂ ਬੈਂਕਾਂ ਨੂੰ ਅਧਿਕਾਰ ਮਿਲ ਗਿਆ, ਬੈਂਕਾਂ ਨੂੰ ਲੱਗਦਾ ਵੀ ਹੁਣ ਰਿਜ਼ਰਵ ਬੈਂਕ ਕਹਿੰਦਾ ਮੈਂ ਤਾਂ ਵਿੱਚ ਪੈਂਦਾ ਨਹੀਂ, ਤੁਹਾਡੀ ਆਪਣੀ ਮਰਜ਼ੀ ਹੈ ਜਿਵੇਂ ਮਰਜ਼ੀ ਕਰ ਲਓ। ਤਾਂ ਬੈਂਕ ਨੂੰ ਕੀ ਹੋਇਆ, ਹੁਣ ਕਹਿੰਦੇ ਪੈਸੇ ਸਾਡੇ ਨੇ, ਵਸੂਲਨੇ ਅਸੀਂ ਨੇ, ਅਸੀਂ ਹੁਣ ਵਸੂਲਾਂਗੇ। ਤਾਂ ਕੀ ਹੋਇਆ, ਜਿਹੜੇ ਕਰਜ਼ਿਆਂ ਦੀ ਵਾਪਸੀ ਹੈ ਉਹਦੀ ਕੀ ਹੋ ਗਈਆਂ, ਜਿਹੜੀਆਂ ਸੰਭਾਵਨਾਵਾਂ ਸੀ ਉਹ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈਆਂ। ਠੀਕ ਹੋ ਗਿਆ। ਫਿਰ ਕੀ ਹੋਇਆ, ਹੋਰ ਸੁਧਾਰ ਕੀ ਕੀਤੇ ਗਏ, ਜਿਹੜਾ ਕਿ ਸ਼ੇਅਰ ਬਾਜ਼ਾਰ ਹੁੰਦਾ ਹੈ, ਆਪਾਂ ਆਲਰੇਡੀ ਗੱਲ ਕੀਤੀ ਸੀ ਦਿਨ ਸ਼ੇਅਰ ਬਾਜ਼ਾਰ ਦੀ। ਸ਼ੇਅਰ ਬਾਜ਼ਾਰ ਵਿੱਚ ਬੈਂਕਾਂ ਨੂੰ ਜਾਣ ਦੀ ਇਜਾਜ਼ਤ ਮਿਲੀ। ਠੀਕ ਹੈ ਯਾਨੀ ਦੇਖੋ ਬੈਂਕ ਜਿਹੜੇ ਨੇ ਉਹਨਾਂ ਨੂੰ ਵੀ ਪੈਸਾ ਚਾਹੀਦਾ ਹੁੰਦਾ ਹੈ। ਠੀਕ ਹੈ ਦੇਖੋ ਅਗਰ ਮੰਨ ਲਓ ਕੋਈ ਬੰਦਾ ਬੈਂਕ ਵਿੱਚ ਜਾ ਕੇ ਪੈਸੇ ਜਮ੍ਹਾਂ ਕਰਾ ਜਾਂਦਾ ਹੈ, ਹੁਣ ਬੈਂਕ ਨੂੰ ਪਤਾ ਹੈ ਵੀ ਇਹ ਬੰਦਾ ਮੇਰੇ ਪੈਸੇ ਜਮ੍ਹਾਂ ਕਰਾ ਕੇ ਗਿਆ, ਮੈਂ ਉਹਨੂੰ ਕੱਲ ਨੂੰ ਇਹਦੇ ਪੈਸੇ ਤੇ ਵਿਆਜ ਦੇਣੀ ਹੈ, ਤਾਂ ਉਹਨੂੰ ਵਿਆਜ ਕਿੱਥੋਂ ਦੇਗਾ। ਉਹਨੇ ਕੀ ਕਰਨਾ ਹੈ, ਉਹਨੇ ਉਹ ਪੈਸਾ ਕਿਸੇ ਹੋਰ ਨੂੰ ਫੜਾ ਦੇਣਾ, ਉਹਨੂੰ ਕਰਜ਼ਾ ਦਿੱਤਾ ਉੱਥੋਂ ਵਿਆਜ ਕਮਾਏਗਾ, ਕਮਾ ਕੇ ਅਗਲੇ ਬੰਦੇ ਨੂੰ ਦੇ ਦੇਗਾ। ਪਰ ਕਈ ਵਾਰੀ ਕੀ ਹੁੰਦਾ ਹੈ ਵੀ ਜਿੰਨੇ ਲੋਕੀ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਜਾਂਦੇ ਨੇ, ਠੀਕ ਹੈ ਉਧਾਰ ਲੈਣ ਵਾਲੇ ਉਹਨੇ ਬੰਦੇ ਨਹੀਂ ਹੁੰਦੇ, ਤਾਂ ਬੈਂਕ ਕੋਲ ਪੈਸੇ ਬਚ ਗਏ। ਹੁਣ ਜਿਹੜੇ ਪੈਸੇ ਬੈਂਕ ਕੋਲ ਬਚ ਗਏ ਉਹਦੇ ਤੇ ਬੈਂਕ ਨੇ ਵਿਆਜ ਦੇਣੀ ਤਾਂ ਹੈ ਪਰ ਵਿਆਜ ਨੂੰ ਮਿਲਣੀ ਨਹੀਂ ਹੈਗੀ। ਤਾਂ ਹੁਣ ਬੈਂਕ ਕੀ ਕਰੂਗਾ, ਬੈਂਕਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਵੀ ਤੁਸੀਂ ਉਹ ਪੈਸੇ ਜਿਹੜੇ ਨੇ ਉਹ ਕੀ ਕਰ ਸਕਦੇ ਹੋ, ਸ਼ੇਅਰ ਬਾਜ਼ਾਰ ਚ ਲਾ ਸਕਦੇ ਹੋ। ਮਤਲਬ ਤੁਸੀਂ ਅਗਰ ਚਾਹੋ ਤਾਂ ਕਿਸੇ ਕੰਪਨੀ ਦੇ ਸ਼ੇਅਰਸ ਜਿਹੜੇ ਨੇ ਜਾਂ ਹਿੱਸੇਦਾਰੀਆਂ ਜਿਹੜੀਆਂ ਨੇ ਉਹ ਖਰੀਦ ਸਕਦੇ ਹੋ। ਮਤਲਬ ਤੁਹਾਡੇ ਕੋਲ ਪੈਸਾ ਫालतू ਪਿਆ, ਉਹ ਪੈਸਾ ਲੈ ਕੇ ਸ਼ੇਅਰ ਬਾਜ਼ਾਰੇ ਜਾਓ, ਜਾ ਕੇ ਉੱਥੇ ਉਸ ਪੈਸੇ ਦੇ ਸ਼ੇਅਰ ਖਰੀਦੋ, ਸ਼ੇਅਰ ਖਰੀਦ ਕੇ ਉਸ ਕੰਪਨੀ ਦੇ ਸ਼ੇਅਰ ਖਰੀਦੋ। ਕਿਉਂਕਿ ਆਪਾਂ ਯਾਦ ਕਰੋ ਜਦੋਂ ਵਪਾਰਕ ਬੈਂਕਾਂ ਦੇ ਕੰਮ ਕੀਤੇ ਸੀ, ਆਪਾਂ ਕਿਹਾ ਸੀ ਕਿ ਜਿਹੜੇ ਵਪਾਰਕ ਬੈਂਕ ਹੁੰਦੇ ਨੇ ਉਹ ਆਪਣੇ ਗਾਹਕਾਂ ਦੀ ਮਦਦ ਕਰਦੇ ਨੇ ਪ੍ਰਤੀਭੂਤੀਆਂ ਦੀ ਖਰੀਦ ਵਿੱਚ ਕਰਨ ਦੇ ਵਿੱਚ। ਕਿਉਂ? ਕਿਉਂਕਿ ਉਹਨਾਂ ਨੂੰ ਵਿੱਤੀ ਬਾਜ਼ਾਰ ਬਾਰੇ ਜ਼ਿਆਦਾ ਸਮਝ ਹੁੰਦੀ ਹੈ। ਅਰੇ ਜੇ ਉਹ ਆਪਣੇ ਗਾਹਕਾਂ ਦੀ ਮਦਦ ਕਰ ਸਕਦਾ ਹੈ ਤਾਂ ਖੁਦ ਕਿਉਂ ਨਹੀਂ ਖਰੀਦ ਸਕਦਾ। ਤਾਂ ਹੁਣ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਵੀ ਤੁਸੀਂ ਖੁਦ ਵੀ ਜਿਹੜਾ ਇਹ ਸ਼ੇਅਰ ਮਾਰਕੀਟ ਦੇ ਵਿੱਚ ਜਾ ਕੇ ਸ਼ੇਅਰ ਖਰੀਦ ਸਕਦੇ ਹੋ। ਠੀਕ ਹੈ ਉੱਥੋਂ ਮੁਨਾਫਾ
मुनाफा कमा सकते हो। अगर ਤੁਹਾਡੇ ਕੋਲ ਕੋਈ ਬੰਦਾ ਕਰਜ਼ਾ ਲੈਣ ਨਹੀਂ ਆਂਦਾ ਤਾਂ ਪੈਸਾ ਜਿਹੜਾ ਹੈ ਉਹ ਆਪਦੇ ਕੋਲ ਬੇਕਾਰ ਨਹੀਂ ਰੱਖਣਾ, ਠੀਕ ਹੈ, ਉਸ ਪੈਸੇ ਨੂੰ ਕਿਤੇ ਨਾ ਕਿਤੇ ਲਾਣਾ ਹੈ, ਲਾ ਕੇ ਉੱਥੋਂ ਮੁਨਾਫਾ ਕਮਾਓ ਤੇ ਜਿਹੜੇ ਤੁਹਾਡੇ ਪੈਸੇ ਜਮ੍ਹਾਂ ਕਰਾਉਣ ਵਾਲੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਪੈਸਿਆਂ ਦੇ ਉੱਪਰ ਚੰਗੀ ਵਿਆਜ ਜਿਹੜੀ ਹੈ ਉਹ ਦਿਓ। ਠੀਕ ਹੋ ਗਿਆ। ਫਿਰ ਕੀ ਕੀਤਾ ਗਿਆ, ਇੱਕ ਨਾ ਆਪਣੇ ਕੋਲ ਇੱਕ ਟਰਮ ਆਉਂਦੀ ਹੈ ਆਮ ਤੌਰ ਤੇ NPA। NPA ਦੀ ਫੁੱਲ ਫਾਰਮ ਹੁੰਦੀ ਹੈ ਨॉन परफॉर्मिंग एसेट्स, ठीक है, नॉन परफॉर्मिंग एसेट्स। ਹੁਣ नॉन परफॉर्मिंग एसेट्स ਜਿਹੜੇ ਨੇ ਇੱਕ ਹੀ ਚੀਜ਼ ਹੁੰਦੇ ਨੇ, ਪਹਿਲਾਂ ਆਪਾਂ ਇਹਨਾਂ ਦਾ मीनिंग ਕਲੀਅਰ ਕਰਾਂਗੇ नॉन परफॉर्मिंग एसेट्स ਦਾ। देखो एक बंदे ने एक बैंक ਤੋਂ ਕਰਜ਼ਾ ਲੈ ਲਿਆ, ठीक है, ਆਮ ਤੌਰ ਤੇ ਨਾ ਆਪਾਂ ਅਖਬਾਰ 'ਚ ਪੜ੍ਹਦੇ ਹਾਂ ਕਿ ਬੈਂਕਾਂ ਦੇ NPA ਵੱਧਦੇ ਜਾ ਰਹੇ ਨੇ। NPA ਵੱਧਦੇ ਜਾ ਰਹੇ ਮਤਲਬ ਕੀ ਹੈ ਵੀ ਇੱਕ ਬੰਦੇ ਨੇ ਬੈਂਕ ਤੋਂ ਕਰਜ਼ਾ ਲੈ ਲਿਆ, ਠੀਕ ਹੈ, ਜੇਕਰ ਉਹ ਬੰਦਾ 180 ਦਿਨ ਤੱਕ, 180 दिन समझो लगभग हो गए 6 महीने, जेकर वो बंदा 6 महीने तक बैंक नूं ना तां मूल वापस करदा ते ना उंदियां किश्तां भरदा, ना उंदे ते ब्याज दिंदा। ध्यान नाल समझो भी 180 दिनां तक ना तां उन्हें बैंक नूं किश्तां भरियां लगातार 180 दिन, ना तां किश्तां भरियां, ना ब्याज दित्ती, ना मूल रकम दित्ती, ਤਾਂ ਬੈਂਕ ਸਮਝੇਗਾ ਭਈਆ ਸਾਡੇ ਪੈਸੇ ਡੁੱਬ ਗਏ। ਤਾਂ ਉਹ ਬੈਂਕਾਂ ਦੇ ਜਿਹੜੇ ਡੁੱਬੇ ਹੋਏ ਪੈਸੇ ਨੇ ਉਹਨੂੰ ਆਪਾਂ ਕਹਿੰਦੇ ਆ NPA, ਯਾਨੀ ਕਿ ਨॉन ਪਰਫਾਰਮਿੰਗ ਐਸੈਟਸ। ਬੈਂਕਾਂ ਨੂੰ ਕੀ ਕੀਤਾ ਗਿਆ, ਇੱਕ ਅਧਿਕਾਰ ਦਿੱਤਾ ਗਿਆ ਵੀ ਤੁਸੀਂ ਕੀ ਕਰਨਾ ਹੈ, ਤੁਸੀਂ ਹੁਣ ਆਦੇ NPAs ਜਿਹੜੇ ਨੇ ਇਹਨਾਂ ਨੂੰ ਬਦਲ ਨਹੀਂ ਦੇਣਾ। ਤੁਸੀਂ ਕੀ ਕਰਨਾ ਹੈ, ਬੈਂਕਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਆਦੇ NPAs ਨੂੰ ਕੰਟਰੋਲ ਵਿੱਚ ਰੱਖਣਾ ਹੈ। ਜੇ ਤੁਹਾਡੇ ਐਵੇਂ ਹੀ ਇਹ NPA ਜਿਹੜੇ ਨੇ ਉਹ ਲਗਾਤਾਰ ਵੱਧਦੇ ਗਏ ਤੇ ਕੀ ਹੋਏਗਾ, ਅਲਟੀਮੇਟਲੀ ਤੁਹਾਡੇ ਸਾਰੇ ਪੈਸੇ ਡੁੱਬ ਜਾਣਗੇ, ਤੁਸੀਂ ਅੱਗੇ ਕਿਸੇ ਨੂੰ ਕਰਜ਼ਾ ਦੇਣ ਜੋਗੇ ਨਹੀਂ ਰਹੋਗੇ। मतलब ਹੁਣ NPAs ਨੂੰ ਘਟਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ। ਹੁਣ NPAs ਜਿਹੜੇ ਨੇ ਇਹ ਕਿਵੇਂ ਘਟੇ, ਇਹਦੇ ਵਾਸਤੇ ਕੀ ਕੀਤਾ ਗਿਆ, ਬੜੀ ਤਰ੍ਹਾਂ ਦੇ ਨਾਲ ਟ੍ਰਿਬਿਊਨਲਸ ਬਣਾਏ ਗਏ। ਟ੍ਰਿਬਿਊਨਲਸ ਕੀ ਹੁੰਦਾ ਹੈ, ਬੜੀ ਤਰ੍ਹਾਂ ਦੀਆਂ ਕੋਰਟ, ਸਮਝ ਲਓ, ਅਲੱਗ-ਅਲੱਗ ਤਰ੍ਹਾਂ ਦੀਆਂ ਕੋਰਟ ਬਣਾਈਆਂ ਗਈਆਂ, ਅਦਾਲਤਾਂ ਬਣਾਈਆਂ ਗਈਆਂ, ਜਿਨ੍ਹਾਂ ਵਿੱਚ ਬੈਂਕ ਜਿਹੜੇ ਨੇ ਉਹ ਜਾ ਕੇ ਇਹ ਸਾਰੇ ਬੰਦੇ ਜਿਹੜੇ ਉਹਨਾਂ ਦੇ ਖਿਲਾਫ ਕੰਮ ਕਰ ਰਹੇ ਨੇ, ਮਤਲਬ ਉਹਨਾਂ ਦੇ ਪੈਸੇ ਖਾ ਕੇ ਬੈਠੇ ਹੋਏ ਨੇ, ਮਤਲਬ ਉਸ ਪੈਸੇ ਤੇ ਨਾ ਤਾਂ ਕਿਸ਼ਤਾਂ ਭਰ ਰਹੇ ਨਾ ਵਿਆਜ ਦੇ ਰਹੇ, ਉਹਨਾਂ ਦੇ ਉੱਪਰ ਜਾ ਕੇ ਕੇਸ ਕਰ ਸਕਦੇ ਨੇ। ਤਾਂ NPA ਦੇ ਰਿਗਾਰਡਿੰਗ ਜਿਹੜੇ ਨਿਯਮ ਨੇ, ਠੀਕ ਹੈ, ਉਹਨਾਂ ਨੂੰ ਕੀ ਕੀਤਾ ਗਿਆ, ਉਹ ਨਿਯਮਾਂ ਨੂੰ ਸਖਤ ਕਰ ਦਿੱਤਾ ਗਿਆ, ਠੀਕ ਹੈ, ਤਾਂ ਕਿ ਜਿਹੜੇ ਬੈਂਕ ਨੇ ਉਹ ਕੀ ਕਰ ਸਕਣ, ਉਹ ਆਪਣੇ ਡੁੱਬੇ ਹੋਏ ਪੈਸੇ ਜਿਹੜੇ ਨੇ ਉਹਨਾਂ ਨੂੰ ਉਹ ਵਸੂਲ ਕਰ ਸਕਣ। ਲਾਸਟ ਜਿਹੜਾ ਬੈਂਕਿੰਗ ਸੁਧਾਰ ਕੀਤਾ ਗਿਆ ਉਹਨੂੰ ਆਪਾਂ ਕਹਿੰਦੇ ਆ ਕੈਪੀਟਲ ਐਡਿਕੁਏਸੀ रेशो। कैपिटल एडिक्वेसी रेशो, मैं स्पेलिंग दोबारा लिख देना, कैपिटल एडिक्वेसी रेशो, ठीक है। कैपिटल, कैपिटल की होता है पूंजी, ठीक है। एडिक्वेसी, एडिक्वेसी की होता है एडिक्वेट मात्रा दे विच, मतलब सही मात्रा दे विच, ता पूंजी सही अनुपात, ठीक है, पूंजी सही अनुपात या पूंजी उचित अनुपात भी कह सकते हो, ठीक है, एक कोई गल है। ता पूंजी उचित अनुपात या पूंजी सही अनुपात, इंग्लिश में मीनिंग थोड़ा ज्यादा अच्छा समझ आएगा। कैपिटल एडिक्वेसी रेशो की चीज होती है। मान लो भी एक बैंक दे कोल की होया 100 रुपए आ गए, मतलब कोई बंदा बैंक दे विच आके 100 रुपए जड़े ने वो जमा करा गया, ठीक है। ਹੁਣ ਬੈਂਕ ਨੇ ਉਹਨੂੰ ਕਿਹਾ ਕਿ 100 ਰੁਪਏ ਦੇ ਉੱਪਰ ਤੈਨੂੰ 10% ਦੇ ਹਿਸਾਬ ਨਾਲ ਵਿਆਜ ਦੇਣਗੇ। ਹੁਣ 100 ਰੁਪਏ ਤੇ 10% ਦੇ ਹਿਸਾਬ ਨਾਲ ਵਿਆਜ ਮਿਲਣੀ ਹੈ, ਮਤਲਬ 100 ਰੁਪਏ ਤੇ 10 ਰੁਪਏ, ਯਾਨੀ ਸਾਲ ਬਾਅਦ ਬੈਂਕ ਨੂੰ ਪਤਾ ਹੈ ਕਿ ਮੈਂ ਇਸ ਬੰਦੇ ਨੂੰ 110 ਰੁਪਏ ਜਿਹੜੇ ਨੇ ਉਹ ਵਾਪਸ ਦੇਣੇ ਹੈ। ਹੁਣ ਬੈਂਕ ਕਿੱਥੋਂ ਦੇਗਾ? ਜੇ ਬੈਂਕ ਉਸ ਪੈਸੇ ਨੂੰ ਅੱਗੇ ਕਿਸੇ ਨੂੰ ਕਰਜ਼ੇ ਤੇ ਦੇਗਾ, ਉਥੋਂ ਵਿਆਜ ਕਮਾਏਗਾ ਤੇ ਉਸ ਬੰਦੇ ਨੂੰ ਕਰਜ਼ਾ ਦੇਗਾ, ठीक है। एवं भी एक बंदा जमा करा के उन्हें ब्याज देनी है, बैंक की करेगा, उस पैसे
पैसे ਨੂੰ ਅੱਗੇ ਕਰਜ਼ਾ ਦੇ ਦੂਗਾ, ਉਤੋਂ ਵਿਆਜ ਕਮਾਏਗਾ ਤੇ ਪਹਿਲੇ ਬੰਦੇ ਨੂੰ ਵਿਆਜ ਦੇ ਦੇਗਾ। ਪਰ ਸਪੋਜ਼ ਕਰੋ ਕਿ ਬੈਂਕ ਤੋਂ ਕੋਈ ਬੰਦਾ ਕਰਜ਼ਾ ਲੈਣ ਆਇਆ ਹੈ, ਠੀਕ ਹੈ, ਤਾਂ ਹੁਣ ਬੈਂਕ ਕੀ ਕਰੇਗਾ? ਬੈਂਕ ਕਹਿੰਦਾ ਪੈਸੇ ਪਏ ਹੈ, ਇਹਨੇ ਤੇ ਵਿਆਜ ਦੇਣੀ ਹੈ, ਪਰ ਕੋਈ ਕਰਜ਼ਾ ਲੈਣ ਆਂਦਾ ਨਹੀਂ ਪਿਆ, ਮਤਲਬ ਵਿਆਜ ਦੀ ਕਮਾਈ ਤਾਂ ਹੁੰਦੀ ਨਹੀਂ ਪਈ, ਪਰ ਵਿਆਜਾਂ ਦੇਣੀਆਂ ਨੇ। ਤਾਂ ਹੁਣ ਬੈਂਕ ਨੂੰ ਇੱਕ ਸੁਵਿਧਾ ਦਿੱਤੀ ਗਈ ਸੀ, ਇਸ ਵਾਰੀ ਆ ਸ਼ੇਅਰ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਠੀਕ ਹੋ ਗਿਆ? ਯਾਨੀ ਬੈਂਕ ਕੀ ਕਰੇਗਾ, ਹੁਣ ਉਹ ਪੈਸੇ ਨੂੰ ਕੀ ਕਰੇਗਾ, ਸ਼ੇਅਰ ਬਾਜ਼ਾਰ ਚਲਾਏਗਾ, ਉੱਥੋਂ ਪੈਸਾ ਕਮਾਏਗਾ ਤੇ ਜਿਹੜੇ ਲੋਕਾਂ ਨੂੰ ਵਿਆਜ ਦੇਣੀ ਹੈ ਉਹ ਦੇ ਦੇਗਾ। ਐਵੇਂ ਹੋਣਾ। ਹੁਣ ਸੋਚੋ ਜੇ ਬੈਂਕ ਨੇ ਸਾਰੇ ਦੇ ਸਾਰੇ ਪੈਸੇ ਜਿਹੜੇ ਉਹਦੇ ਕੋਲ ਬੇਕਾਰ ਪਏ ਨੇ, ਮਤਲਬ ਅਗਰ ਬੈਂਕ ਦੇ ਕੋਲ 100 ਰੁਪਏ ਆਏ, 100 ਰੁਪਏ ਦੇ ਵਿੱਚੋਂ 20 ਰੁਪਏ ਦਾ ਕੋਈ ਬੰਦਾ ਕਰਜ਼ਾ ਲੈ ਗਿਆ, ਬਾਕੀ 80 ਰੁਪਏ ਬੈਂਕ ਕੋਲ ਪਏ ਨੇ ਫालतू। ਠੀਕ ਹੈ, ਬੈਂਕ ਕਹਿੰਦਾ 80 ਰੁਪਏ ਫालतू ਪਏ ਨੇ, 80 ਰੁਪਏ ਨੂੰ ਕੀ ਕਰਦੇ ਆ, ਸ਼ੇਅਰ ਬਾਜ਼ਾਰ ਚ ਲਾ ਦਿੰਦੇ ਆ, ਕੰਪਨੀ ਦੇ ਸ਼ੇਅਰ ਖਰੀਦ ਲੈਂਦੇ ਆ। ਵੀ ਹੁਣ ਕੀ ਹੋਏਗਾ, ਸ਼ੇਅਰ ਬਾਜ਼ਾਰ ਤੋਂ ਮੁਨਾਫਾ ਕਮਾਵਾਂਗੇ, ਮੁਨਾਫਾ ਕਮਾ ਕੇ ਜਿਹੜੇ ਆਪਣੇ ਗਾਹਕ ਨੇ ਜਿਨ੍ਹਾਂ ਨੇ ਪੈਸੇ ਜਮ੍ਹਾਂ ਕਰਾਏ ਹੈ ਉਹਨਾਂ ਨੂੰ ਵਿਆਜ ਦੇ ਦਿਆਂਗੇ। ਤਾਂ ਬੈਂਕ ਨੇ ਕੀ ਕੀਤਾ, ਸ਼ੇਅਰ ਮਾਰਕੀਟ ਵਿੱਚ ਗਿਆ, ਜਾ ਕੇ ਉਸ ਪੈਸੇ ਦੇ ਸ਼ੇਅਰ ਖਰੀਦੇ। ਰੱਬ ਨਾ ਕਰੇ ਜਿਹੜੀ ਕੰਪਨੀ ਦੇ ਸ਼ੇਅਰ ਖਰੀਦੇ ਉਹ ਕੰਪਨੀ ਡੁੱਬ ਗਈ, ਤਾਂ ਹੁਣ ਬੈਂਕ ਕੀ ਕਰੇਗਾ? ਬੈਂਕ ਆਦੇ ਗਾਹਕਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਦੇਖੋ ਜੀ ਤੁਹਾਡੇ ਪੈਸੇ ਮੇਰੇ ਕੋਲ ਹੈਗੇ ਸੀ, ਮੈਂ ਉਹਨੂੰ ਸ਼ੇਅਰ ਬਾਜ਼ਾਰ ਵਿੱਚ ਲਾਤਾ, ਜਿਹੜੀ ਕੰਪਨੀ ਦੇ ਸ਼ੇਅਰ ਖਰੀਦੇ ਸੀ ਉਹ ਕੰਪਨੀ ਬਰਬਾਦ ਹੋ ਗਈ, ਤੁਹਾਡੇ ਪੈਸੇ ਡੁੱਬ ਗਏ, ਹੁਣ ਜਾਓ ਆਦੇ ਦੇ ਘਰੇ। ਬੈਂਕ ਐਵੇਂ ਨਹੀਂ ਕਹਿ ਸਕਦਾ। ਲੋਕੀ ਕਹਿਣਗੇ ਅਸੀਂ ਪੈਸੇ ਜਮ੍ਹਾਂ ਕਰਾਏ ਸੀ ਤੇਰੇ ਕੋਲ, ਤੇਰੇ ਵਿਸ਼ਵਾਸ ਤੇ ਵੀ ਤੂੰ ਸਾਨੂੰ ਪੈਸਾ ਵਾਪਸ ਕਰੇਗਾ, ਨਾਲ ਵਿਆਜ ਦੇਵੇਂਗਾ, ਪੈਸੇ ਤੇਰੀ ਗਲਤੀ ਕਰਕੇ ਡੁੱਬੇ ਐ, ਸਾਨੂੰ ਪਹਿਲੇ ਪੈਸੇ ਦੇ। ਪਰ ਹੁਣ ਰਿਜ਼ਰਵ ਬੈਂਕ ਨੇ ਕੀ ਕੀਤਾ, ਉਹ ਕਹਿੰਦਾ ਵੀ ਇੱਥੇ ਤੁਸੀਂ ਜਾ ਤਾਂ ਸਕਦੇ ਹੋ, ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਗਾ ਤਾਂ ਸਕਦੇ ਹੋ, ਪਰ ਤੁਹਾਨੂੰ ਆਪਦੇ ਕੋਲ ਇੱਕ ਪੂੰਜੀ ਦਾ ਸਹੀ ਅਨੁਪਾਤ ਯਾਨੀ ਕਿ ਆਦੇ ਕੋਲ ਐਡਿਕੁਏਟ ਮਾਤਰਾ ਦੇ ਵਿੱਚ, ਸਹੀ ਮਾਤਰਾ ਦੇ ਵਿੱਚ, ਪੂਰੀ ਮਾਤਰਾ ਦੇ ਵਿੱਚ ਕੀ ਕਰਨਾ ਪਏਗਾ, ਪੂੰਜੀ ਬਣਾ ਕੇ ਰੱਖਣੀ ਪਏਗੀ। ਮਤਲਬ ਇਹ ਨਹੀਂ ਹੈਗਾ ਵੀ ਜਿੰਨੇ ਪੈਸੇ ਫालतू ਪਏ ਨੇ ਸਾਰੇ ਦੇ ਸਾਰੇ ਦੇ ਚੱਕ ਕੇ ਕੀ ਕੀਤਾ, ਸ਼ੇਅਰ ਖਰੀਦ ਲਏ, ਸ਼ੇਅਰ ਡੁੱਬ ਗਏ, ਲੋਕਾਂ ਦਾ ਪੈਸਾ ਖਤਮ। ਐਵੇਂ ਨਹੀਂ ਕਰ ਸਕਦੇ। ਤੁਹਾਨੂੰ ਆਦੇ ਕੋਲ ਕੁਝ ਨਾ ਕੁਝ ਪੈਸਾ ਰੱਖਣਾ ਪਏਗਾ, ਆਦੇ ਕੋਲ ਉਚਿਤ ਮਾਤਰਾ ਦੇ ਵਿੱਚ, ਸਹੀ ਮਾਤਰਾ ਦੇ ਵਿੱਚ ਪੈਸਾ ਜਿਹੜਾ ਹੈ ਉਹ ਬਣਾ ਕੇ ਰੱਖਣਾ ਪਏਗਾ, ਤਾਂ ਕਿ ਜੇਕਰ ਕੱਲ ਨੂੰ ਗਲਤੀ ਨਾਲ ਸ਼ੇਅਰ ਬਾਜ਼ਾਰ 'ਚ ਲਾਏ ਪੈਸੇ ਡੁੱਬ ਵੀ ਜਾਣ ਤਾਂ ਸਾਰੇ ਨਾ ਡੁੱਬਣ। ਮਤਲਬ ਹੁਣ ਸੋਚੋ ਵੀ ਅਗਰ ਆਪਾਂ ਆਪਣੇ ਘਰ ਦੀ ਐਗਜ਼ਾਮਪਲ ਵੀ ਲਈਏ ਤਾਂ ਆਪਣੇ ਕੋਲ ਘਰ 'ਚ ਜਿੰਨੇ ਪੈਸੇ ਫालतू ਪਏ ਹੁੰਦੇ ਨੇ ਕਿ ਆਪਾਂ ਸਾਰੇ ਦੇ ਸਾਰੇ ਚੱਕ ਕੇ ਜੂਆ ਖੇਡ ਲੈਂਦੇ ਆ, ਜਾਂ ਸਾਰੇ ਦੇ ਸਾਰੇ ਚੱਕ ਕੇ ਆਪਾਂ ਸ਼ੇਅਰ ਬਾਜ਼ਾਰ 'ਚ ਲਾ ਦਿੰਦੇ ਆ। ਆਪਾਂ ਕਹਿੰਦੇ ਆ ਸ਼ੇਅਰ ਬਾਜ਼ਾਰ ਦਾ ਕੋਈ ਭਰੋਸਾ ਨਹੀਂ ਹੈਗਾ, ਉੱਪਰ ਨੀਚੇ ਹੋ ਗਿਆ ਤਾਂ ਪੈਸੇ ਗਏ, ਤਾਂ ਕੀ ਕਰੋ, ਆਪਣੇ ਕੋਲ ਜਿੰਨੇ ਪੈਸੇ ਹੁੰਦੇ ਨਾ ਆਪਦੇ ਕੋਲ, ਆਪਾਂ ਨੂੰ ਕਈ ਹਿੱਸਿਆਂ 'ਚ ਵੰਡਦੇ ਆ। ਆਪਾਂ ਕਹਿੰਦੇ ਐਂ ਕਰਦੇ ਆ, ਕੁਝ ਪੈਸੇ ਤਾਂ ਬੈਂਕ 'ਚ ਰੱਖ ਦਿੰਦੇ, ਠੀਕ ਹੈ, ਕੁਝ ਪੈਸੇ ਜਿਹੜੇ ਨੇ ਉਹਦਾ ਸੋਨਾ ਖਰੀਦ ਲੈਂਦੇ ਆ, ਕੁਝ ਪੈਸੇ ਜਿਹੜੇ ਉਹਦੀ ਪ੍ਰਾਪਰਟੀ ਖਰੀਦ ਲੈਂਦੇ ਆ, ਠੀਕ ਹੈ, ਕੁਝ ਜਿਹੜੇ ਨੇ ਆਪਾਂ ਸ਼ੇਅਰ ਬਾਜ਼ਾਰ 'ਚ ਲਾ ਦਿੰਦੇ ਆ, ਕੁਝ ਜਿਹੜੇ ਨੇ ਉਹਨਾਂ ਦੇ ਆਪਾਂ NSE ਲੈ ਲੈਂਦੇ ਆ, ਕੁਝ ਜਿਹੜੇ ਨੇ ਉਹਦੇ ਆਪਾਂ FD ਕਰਾ ਲੈਂਦੇ ਆ, ਠੀਕ ਹੈ, ਕੁਝ ਜਿਹੜੇ ਨੇ ਉਹ ਆਪਾਂ ਦੀ ਦੁਕਾਨ ਤੇ ਜਾਂ ਮਕਾਨ ਤੇ ਲਾ ਲੈਂਦੇ ਆ। ਮਤਲਬ ਜਿੰਨੇ ਪੈਸੇ ਆਪਣੇ ਕੋਲ ਹੁੰਦੇ ਨੇ ਆਪਾਂ ਸਾਰੇ ਦੇ ਸਾਰੇ ਪੈਸੇ ਇੱਕੋ ਕੰਮ 'ਚ ਨਹੀਂ ਲਾਉਂਦੇ। ਮੰਨ ਲਓ ਸਾਰੇ ਦੇ ਸਾਰੇ ਪੈਸੇ ਦੇ ਤੁਸੀਂ ਪਲਾਟ ਖਰੀਦ ਲਏ, ਠੀਕ ਹੈ, ਪਲਾਟ ਖਰੀਦਿਆ, ਕੀ ਹੋਇਆ, ਪ੍ਰਾਪਰਟੀ ਦੇ ਰੇਟ ਡਾਊਨ, ਤੁਹਾਡੇ ਪੈਸੇ ਗਏ। यानी ਆਪਾਂ अगर ਇੰਨੀ ਸਮਝ ਰੱਖਦੇ ਆ ਵੀ ਸਾਰੇ ਦੇ ਸਾਰੇ ਪੈਸੇ ਇੱਕੋ ਕੰਮ 'ਚ ਨਹੀਂ ਲਾਣੇ, ਅਲੱਗ-ਅਲੱਗ ਕੰਮਾਂ 'ਚ ਵੰਡ-ਵੰਡ ਕੇ ਲਾਣੇ ਨੇ, ਤਾਂ ਕਿ ਅਗਰ ਕੱਲ ਨੂੰ ਨੁਕਸਾਨ ਹੋਵੇ ਤਾਂ ਇੱਕ ਕੰਮ ਵਿੱਚ ਹੋਵੇ, ਬਾਕੀ ਕੰਮਾਂ 'ਚ ਮੁਨਾਫਾ ਹੋਵੇ, ਤਾਂ ਕਿ ਓਵਰਆਲ ਆਪਾਂ ਮੁਨਾਫੇ 'ਚ ਰਹੀਏ। ਉਹੀ ਗੱਲ ਰਿਜ਼ਰਵ ਬੈਂਕ ਨੇ ਕੀ ਕੀਤੀ, ਬੈਂਕਾਂ ਨੂੰ ਕਹੀ ਵੀ ਸਾਰੇ ਦੇ ਸਾਰੇ ਪੈਸੇ ਚੱਕ ਕੇ ਸ਼ੇਅਰ ਬਾਜ਼ਾਰ 'ਚ ਨਹੀਂ ਲਾਣੇ, ਸਾਰੇ ਦੇ ਸਾਰੇ ਪੈਸੇ ਇੱਕੋ ਥਾਂ ਤੇ ਨਹੀਂ ਲਾਣੇ, ਤਾਂ ਕਿ ਕੱਲ ਨੂੰ ਅਗਰ ਪੈਸੇ ਡੁੱਬਣ ਤਾਂ ਸਾਰੇ ਦੇ ਸਾਰੇ ਨਾ ਡੁੱਬਣ।
आदे कोल कुछ मात्रा जिहड़ी है वो पूंजी दी बना के रखनी है। ऐजियां चीजां दे विच जिन्हां च पैसे लाना जिहड़ा है वो पूरे तरीके नाल सुरक्षित है, मतलब जिथे कोई खतरा नहीं है, जिथे तुहानू पता है कि तुहानू कानून इन्ने पैसे आ ही जाणगे, तां इह भी जिहड़ा है वो तुहानू करना पेगा। मतलब शेयर बाजार च जा सकते हो पर सारे दे सारे पैसे उत्थे ला नहीं सकते, आदे कोल भी पूंजी जिहड़ी है ओनू बना के रखना पैना। तां इह जिहड़े सी ਇਹ ਸਾਰੇ ਸੁਧਾਰ ਜਿਹੜੇ ਨੇ ਇਹ 1991 ਤੇ 1998 ਦੀ ਜਿਹੜੀ ਨਰਸਿਮਹਾ ਕਮੇਟੀ ਰਿਪੋਰਟ ਸੀ ਉਹਦੇ ਮੁਤਾਬਿਕ ਆਪਣੇ ਬੈਂਕਿੰਗ ਪ੍ਰਬੰਧ ਦੇ ਵਿੱਚ ਜਿਹੜਾ ਹੈ ਉਹ ਕੀਤੇ ਗਏ। ਹੁਣ ਇਹਦਾ ਨਤੀਜਾ ਕੀ ਨਿਕਲਿਆ? ਇਹਦਾ ਨਤੀਜਾ ਇਹ ਨਿਕਲਿਆ ਕਿ ਆਪਣਾ ਜਿਹੜਾ ਬੈਂਕਿੰਗ ਪ੍ਰਬੰਧ ਸੀ ਉਹ ਬਹੁਤ ਜ਼ਿਆਦਾ ਐਡਵਾਂਸ ਜਿਹੜਾ ਹੈ ਉਹ ਹੋਣਾ ਸ਼ੁਰੂ ਹੋ ਗਿਆ। ਜਿਹੜੇ ਪ੍ਰਾਈਵੇਟ ਬੈਂਕ ਆਏ ਆਪਣੇ ਦੇਸ਼ ਵਿੱਚ, ਠੀਕ ਹੈ, ਉਹਨਾਂ ਪ੍ਰਾਈਵੇਟ ਬੈਂਕਾਂ ਦੇ ਆਉਣ ਨਾਲ ਕੀ ਹੋਇਆ, ਉਹ ਜਦੋਂ ਬੈਂਕ ਖੁੱਲੇ ਤਾਂ ਉਹ 100% ਜਿਹੜੇ ਨੇ ਕੰਪਿਊਟਰਾਈਜ਼ਡ ਸੀ। मतलब आदे जो खुले पहले दिन तो हो गई सी कंप्यूटराइज्ड बैंक सी। हुण जेडे अपने सरकारी बैंक सी वो तां काम हत्थ नाल हुंदा सी, तुसी आदे टीचर नूं पुछो या अपने पेरेंट्स नूं पुछो वो तुहानूं दसणगे एडे वड्डे वड्डे खाते लाए हुंदे सी, सारा हत्थ नाल हिसाब किताब हुंदा सी। हुण की होया, प्राइवेट बैंक आए तां कंप्यूटर आ गए, यानी एक सॉफ्टवेयर लिया उहदे फीड कीता सारा काम अपने आप हो जांदा है। तां जेडे सरकारी बैंक ने उन्हां नूं लग्या कि हुण सानूं इन्हां दा मुकाबला करना पएगा, ਤਾਂ ਉਹਨਾਂ ਨੇ ਵੀ ਕੀ ਕੀਤਾ, ਕੰਪਿਊਟਰਾਈਜੇਸ਼ਨ ਜਿਹੜਾ ਹੈ ਉਹ ਸ਼ੁਰੂ ਕਰਤਾ। ਯਾਨੀ ਹੁਣ ਪ੍ਰਾਈਵੇਟ ਬੈਂਕਾਂ ਦਾ ਮੁਕਾਬਲਾ ਕਰਨ ਵਾਸਤੇ ਜਿਹੜੇ ਸਰਕਾਰੀ ਬੈਂਕ ਨੇ ਉਹਨਾਂ ਨੇ ਵੀ ਆਪਣੇ ਆਪ ਨੂੰ ਐਡਵਾਂਸ ਕੀਤਾ, ਬੈਂਕਾਂ ਦੀ ਗਿਣਤੀ ਵੱਧ ਗਈ, ਬੈਂਕਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ। ਅਲਟੀਮੇਟਲੀ ਆਪਣੀ ਅਰਥ ਵਿਵਸਥਾ ਨੂੰ ਉਸ ਚੀਜ਼ ਦਾ ਫਾਇਦਾ ਹੋਇਆ ਤੇ ਆਪਣਾ ਦੇਸ਼ ਜਿਹੜਾ ਹੈ ਉਹ ਵਿਕਾਸ ਕਰ ਪਾਇਆ। ਤਾਂ ਆਪਾਂ ਕਹਿ ਸਕਦੇ ਹਾਂ ਲਾਸਟ ਦੇ ਵਿੱਚ ਕਿ ਜਿਹੜੇ ਵੀ ਬੈਂਕਿੰਗ ਸੰਬੰਧੀ ਸੁਧਾਰ ਕੀਤੇ ਗਏ ਉਹਨਾਂ ने अपनी बैंकिंग प्रणाली ਨੂੰ मजबूत बनाया, यानी इस लायक बनाया कि अपनी बैंकिंग प्रणाली ਜਿਹੜੀ ਹੈ ਉਹ ਆਪਣੇ ਦੇਸ਼ ਦਾ ਵਿਕਾਸ ਕਰ ਸਕੇ। ਅੱਜ ਦੀ ਤਰੀਕ 'ਚ ਅਗਰ ਆਪਾਂ ਗੱਲ ਕਰੀਏ ਤਾਂ ਬੈਂਕਾਂ ਦੁਆਰਾ ਜਿਹੜਾ ਆਪਣੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦੇ ਵਿੱਚ ਯੋਗਦਾਨ ਦਿੱਤਾ ਜਾਂਦਾ ਹੈ ਨਾ ਉਹ 25% ਤੋਂ ਜ਼ਿਆਦਾ ਹੈ, यानी 1/4 योगदान खाली बैंकिंग सेक्टर दे रहा है। यानी अगर अपना बैंकिंग सेक्टर एडा ताकतवर है, एडा मजबूत है, ताई का योगदान दे पा रहे हैं। ये ताकत, ये मजबूती उन्होंने किने प्रदान करवाई, वो करवाई उन्होंने बैंकिंग संबंधी सुधारा ने, जिनके करके अपना बैंकिंग प्रबंध ਜਿਹੜਾ ਉਹ ਵਧੀਆ ਹੋ ਪਾਇਆ। ਤਾਂ ਉਮੀਦ ਹੈ ਤੁਹਾਨੂੰ ਇਹ ਬੈਂਕਿੰਗ ਸੁਧਾਰ ਜਿਹੜੇ ਨੇ ਉਹ ਸਮਝ ਆਏ ਹੋਣਗੇ। ਤਾਂ ਅਗਰ ਕੋਈ ਡਾਊਟ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਦੇ ਅੰਦਰ ਲਿਖਿਆ ਜੇ। ਚੈਨਲ ਨੂੰ ਸਬਸਕ੍ਰਾइब करना बिल्कुल नहीं भूलना, बेल आइकन क्लिक करना भी नहीं भूलना, ठीक है, लाइक ਤੇ शेयर भी जरूर करना है। ਤਾਂ ਮਿਲਦੇ ਆ ਆਪਣੇ ਅਗਲੇ ਲੈਕਚਰ ਦੇ ਵਿੱਚ ਜਿਹੜਾ ਆਪਣਾ ਬੈਂਕਿੰਗ ਸੰਬੰਧੀ ਲਾਸਟ ਲੈਕਚਰ ਜਿਹੜਾ ਹੈ ਉਹ ਰਹੇਗਾ। ਉਸ ਤੋਂ ਬਾਅਦ ਆਪਾਂ ਆਪਣੇ ਅਗਲੇ ਚੈਪਟਰ ਦੇ ਉੱਪਰ ਜਿਹੜਾ ਹੈ ਉਹ ਚੱਲਾਂਗੇ। ਥੈਂਕ ਯੂ ਵੈਰੀ ਮਚ।